एशिया टीवी ते आप सब का स्वागत है जी। तो मैं थोड़ा होस्ट नरिंदरजीत सिंह हीर प्रोग्राम गलबात लैके हाजिर हाँ। तो रोजाना इस तरह मेरे स्टूडियो शामिल हैं जसजीत सिंह धामी साहब, बहुत बहुत स्वागत है जी थोड़ा। बहुत धन्यवाद भाई साहब जी ਤੁਹਾਡਾ ਜਿਹੜਾ ਕਿ ਤੁਸੀਂ ਮੌਕਾ ਦਿੰਦੇ ਆ ਖਬਰਾਂ ਦੀ ਪੜਚੋਲ ਕਰਨ ਵਾਸਤੇ। ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। धामी साहब अज गल करते नवजोत सिंह सिद्धू ਨੂੰ ਕਹਿੰਦੇ ਜੀ ਭਾਰੀ ਪਈ ਆ ਲੋਈ ਖੰਡੇ ਵਾਲੀ ਤੇ ਮਤਲਬ ਏਕ ਓਂਕਾਰ ਲਿਖਿਆ ਸੀਗਾ ਜੀ, ਉਹਦੀ ਸ਼ਿਕਾਇਤ ਅਕਾਲ ਤਖਤ ਸਾਹਿਬ ਤੱਕ ਵੀ ਪਹੁੰਚੀ ਹੈ ਜੀ। ਬਿਲਕੁਲ ਭਾਜੀ, ਕਿਉਂਕਿ ਹਮੇਸ਼ਾ ਹੀ ਨਵਜੋਤ ਸਿੰਘ ਸਿੱਧੂ ਹੁਣੀ ਜਿਹੜੇ ਆ ਇਹ ਵਿਵਾਦਾਂ 'ਚ ਰਹਿੰਦੇ ਆ। ਹਾਂਜੀ, ਤਕਰੀਬਨ ਭਾਵੇਂ ਉਹ ਸਰਕਾਰ 'ਚ ਹੋਣ ਜਾਂ ਨਾ ਹੋਣ, ਕਿਤੇ ਨਾ ਕਿਤੇ ਉਹ ਇਹੋ ਜਿਹਾ ਕੰਮ ਕਰੇ ਲੈਂਦੇ ਆ ਜਿਹਦੇ ਨਾਲ ਉਹ ਫਿਰ ਮੁੜ ਕੇ ਇੱਕ ਵਾਰੀ ਸੁਰਖੀਆਂ 'ਚ ਆ ਜਾਂਦੇ ਆ। ਠੀਕ ਹੈ ਜੀ। ਪਰ ਇਹ ਗੱਲ ਕੁਝ ਵੀ ਨਹੀਂ ਹੋ ਸਕਦੀ, ਹੋ ਵੀ ਸਕਦੀ ਆ, ਕਿਉਂਕਿ ਪਰਮਜੀਤ ਸਿੰਘ ਖਾਲਸਾ ਨੇ ਇਹ ਸ਼ਿਕਾਇਤ ਕੀਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਲਿਖਤੀ। ਹਾਂਜੀ, ਵੀ ਇਹਨਾਂ ਨੇ ਇਹ ਜਿਹੜਾ ਆ ਗਲਤ ਕੀਤਾ ਆ, ਜਿਹੜੀ ਲੋਈ ਦੇ ਉੱਤੇ ਇੱਕ ਓਂਕਾਰ ਤੇ ਖੰਡਾ। ਹਾਂਜੀ, ਵੀ ਜਿਹੜਾ ਵਾਹ ਕੇ ਤਾਂ ਲੋਕਾਂ ਦੇ ਵਿੱਚ ਗਏ ਆ। ਹਾਂਜੀ ਹਾਂਜੀ, ਇਹ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਧਰਨਾ ਸੀਗਾ ਜੀ ਕਿਸਾਨ ਅੰਦੋਲਨ ਦਾ, ਜਿੱਥੇ ਇਹ ਗਏ ਸੀ ਉੱਥੇ। ਠੀਕ ਹੈ ਜੀ। ਤੇ ਉੱਥੇ ਜਾ ਕੇ ਉਹਨਾਂ ਨੂੰ ਮਿਲੇ ਆ ਕਿਸਾਨਾਂ ਨੂੰ। ਹਾਂਜੀ, ਤੇ ਚਲੋ ਉਦੋਂ ਤਾਂ ਵਾਹਵਾ ਖੱਟ ਲਈ। ਹੁਣ ਮੁੜ ਕੇ ਫਿਰ ਜਦੋਂ ਵਿਵਾਦਾਂ ਦਾ ਕੰਮ ਸ਼ੁਰੂ ਹੋ ਜਾਂਦਾ ਆ ਤੇ ਉਦੋਂ ਹੀਰ ਸਾਹਿਬ ਉਸ ਤੋਂ ਬਾਅਦ ਫਿਰ ਦੂਜੀਆਂ ਪਾਰਟੀਆਂ ਨੂੰ ਵੀ ਮੌਕਾ ਮਿਲ ਜਾਂਦਾ। ਹਾਂਜੀ ਹਾਂਜੀ। ਤੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ ਵੀ ਕੱਲ ਇੱਕ ਸਟੇਟਮੈਂਟ ਦਿੱਤੀ ਸੀ ਵੀ ਇਹ ਉਹਨਾਂ ਨੇ ਗਲਤ ਕੀਤਾ। ਇਹਦੇ ਨਾਲ ਜਿਹੜੀ ਆ ਬੜੀ ਵੱਡੀ ਠੇਸ ਪਹੁੰਚਦੀ ਆ ਜਦੋਂ ਆਪਾਂ ਕੋਈ ਵੀ ਕਿਸੇ ਤਰ੍ਹਾਂ ਦੀ ਇਹੋ ਜਿਹੀ ਗੱਲ ਕਰਦੇ ਆ। ਹੁਣ ਆਉਣ ਵਾਲਾ ਸਮਾਂ ਕੀ ਦੱਸਦੇ ਆ, ਕੀ ਕਰਦੇ ਆ, ਹੁਣ ਇਹਦੇ ਬਾਰੇ ਹਜੇ ਆਪਾਂ ਨਹੀਂ ਗੱਲ ਕਰ ਪਾਵਾਂਗੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਾਰਟੀਆਂ ਇਹ ਚੀਜ਼ ਨੂੰ ਕਿੱਦਾਂ ਲੈਂਦੀਆਂ ਲਹਿਜੇ ਦੇ ਨਾਲ। ਠੀਕ ਹੈ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਆ ਇਹਨਾਂ ਲਈ ਚੰਗਾ ਆਉਂਦਾ ਕਿ ਮਾੜਾ ਆਉਂਦਾ, ਕਿਉਂਕਿ ਸਰਕਾਰ ਦੇ ਵਿੱਚ ਵੀ ਲੋਕ ਜਿਹੜੇ ਇਹਨਾਂ ਦੇ ਵਿਰੋਧੀ ਹੋਣਗੇ। ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਮੌਕੇ ਦੇ ਇਹ ਵਿਧਾਇਕ ਆ ਕਾਂਗਰਸ ਪਾਰਟੀ ਦੇ ਵਿੱਚ, ਹੋ ਸਕਦਾ ਉੱਥੋਂ ਵੀ ਇਹਨਾਂ ਦੇ ਵਿਰੁੱਧ ਕੋਈ ਜਿਹੜੀ ਆ ਸੁਰ ਉੱਠੇ ਹੈ ਨਾ ਜੀ। ਕਿਉਂਕਿ ਅੱਗੇ ਮੁੱਖ ਮੰਤਰੀ ਸਾਹਿਬ ਨੇ ਪਿੱਛੇ ਜਦੋਂ ਮੀਟਿੰਗ ਕੀਤੀ ਸੀ, ਖਾਣੇ ਤੇ ਸੱਦੇ ਸੀਗੇ, ਉਦੋਂ ਕੈਬਨਿਟ ਦੀ ਜਾਨੀ ਕਿ ਮੁੜ ਕੇ ਦੇਣ ਦਾ ਵਾਅਦਾ ਕਰ ਲਿਆ ਸੀ, ਜਿੱਦਾਂ ਕਹਿਤਾ ਸੀ ਆਫਰ ਕੀਤੀ ਲਾ ਲਓ, ਪਰ ਇਹਨਾਂ ਨੇ ਉਹ ਵੀ ਇਗਨੋਰ ਕਰ ਦਿੱਤੀ, ਕੋਈ ਜਵਾਬ ਨਹੀਂ ਦਿੱਤਾ। ਤੇ ਜਿੱਦਾਂ ਨਾ ਜਾਂ ਤਾਂ ਇਹਨਾਂ ਨੂੰ ਪਤਾ ਆ ਵੀ ਮੈਂ ਜਾਂ ਤਾਂ ਕਿਸੇ ਪਾਸੇ ਹੋਰ ਪਾਸੇ ਜਾਣਾ ਚਾਹੁੰਦੇ ਆ, ਛਾਲ ਮਾਰ ਕੇ ਜਾਂ ਕਿਵੇਂ ਵੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹਨਾਂ ਦਾ ਇੱਕ ਨਵਾਂ ਰਸਤਾ ਬਣਦਾ ਆ, ਜਾਂ ਇਸ ਚੀਜ਼ ਨੂੰ ਲੈ ਕੇ ਇਹ ਕਿੰਨਾ ਕੁ ਇਹਨਾਂ ਦਾ ਜਿਹੜਾ ਰਾਜਨੀਤਿਕ ਦੇ ਤੌਰ ਦੇ ਉੱਤੇ ਲਾ ਲਓ, ਕਿਉਂਕਿ ਉਦਾਂ ਤਾਂ ਇਹ ਐਕਟਰ ਬਹੁਤ ਆ, ਸ਼ੇਰੋ ਸ਼ੇਰੀ ਆ, ਬਥੇਰਾ ਹੈ ਨਾ ਕਰ ਲੈਂਦੇ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਹੁੰਦਾ ਆ ਇਹਦੇ ਬਾਰੇ ਹਜੇ ਆਪਾਂ ਕੁਝ ਸਪਸ਼ਟ ਨਹੀਂ ਕਰ ਸਕਦੇ। ਠੀਕ ਹੈ ਜੀ। ਸੋ ਧੰਮ ਸਾਹਿਬ, ਦੁਨੀਆ ਕਹਿੰਦੇ ਜੀ ਵੀ ਚੀਨ ਤੋਂ ਜਿਹੜਾ ਵੈਕਸੀਨ ਬਣਿਆ ਉਹ ਤੇ ਭਰੋਸਾ ਹੈ ਨਹੀਂ ਦੁਨੀਆ ਨੂੰ ਜੀ, ਇਹਦੇ ਬਾਰੇ? ਬਿਲਕੁਲ ਜੀ, ਹੁਣ ਦੁਨੀਆ ਦੇ ਵਿੱਚ ਆਪਾਂ ਜੇ ਸੋਚਿਆ ਜਾਵੇ ਤਾਂ ਕੋਈ ਨਾ ਕੋਈ ਇਹੋ ਜਿਹੀਆਂ ਸਾਹਮਣੇ ਸੰਸਥਾਵਾਂ ਜਾਂ ਕੰਪਨੀਆਂ ਆਈਆਂ, ਸਾਇੰਸਦਾਨ ਆਏ ਆ ਜਿਨ੍ਹਾਂ ਨੇ ਉਹ ਵੈਕਸੀਨ ਬਣਾਈ ਆ। ਹਾਂਜੀ, ਜਿਹੜੀ ਕਿ ਕੈਨੇਡਾ ਦੇ ਵਿੱਚ ਵੀ ਆ ਗਈ ਆ, ਇਹਨਾਂ ਨੇ ਵੀ ਹੋਰ ਪਾਸਿਓਂ ਖਰੀਦੀ ਆ, ਜਿੱਦਾਂ ਚੀਨ ਦੇ ਨਾਲ ਇਹਨਾਂ ਦੀ ਵੀ 751 ਆਈ ਆ। ਹਾਂਜੀ, ਠੀਕ ਹੈ ਨਾ ਜੀ। ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿੱਦਾਂ ਚੀਨ ਦੇ ਬਾਰੇ ਲੋਕਾਂ ਦੀਆਂ ਜਿਹੜੀ ਰਾਏ ਆ ਨਾ, ਜਿੱਦਾਂ ਕਹਿ ਸਕਦੇ ਆ, ਜਾਂ ਕੋਈ ਬਾਹਰਲੇ ਸਟੇਟਾਂ ਦੇ ਜਿਹੜੇ ਹੈਗੇ ਆ ਉਹ ਕਹਿੰਦੇ ਵੀ ਇਹ ਸਹੀ ਨਹੀਂ ਹੋਣੀ। ਠੀਕ ਹੈ, ਕਿਉਂਕਿ ਕੋਵਿਡ ਦੌਰਾਨ ਜਿਹੜਾ ਜ਼ਿਆਦਾ ਕੋਝਿਆ ਗਿਆ ਸੀਗਾ, ਕੋਸਿਆ ਗਿਆ ਸੀਗਾ, ਉਹ ਜ਼ਿਆਦਾ ਇਹਨਾਂ ਨੂੰ ਹੀ ਸੀਗਾ ਵੀ ਚੀਨ ਨੇ ਛੱਡਿਆ ਕਰੋਨੇ ਦਾ ਸਿਸਟਮ ਜਿਹਾ, ਹੈ ਨਾ। ਹਾਂਜੀ ਹਾਂਜੀ, ਪਰ ਚਲੋ ਕਿਸੇ ਨੂੰ ਪ੍ਰੂਫ ਹੋਇਆ ਜਾਂ ਨਹੀਂ ਹੋਇਆ ਉਹ ਬਾਅਦ ਦੀਆਂ ਗੱਲਾਂ ਆ। ਪਰ ਹੁਣ ਜਿਹੜਾ ਇਹਨਾਂ ਨੇ ਵੈਕਸੀਨ ਬਣਾਈ ਆ, ਮੈਨੂੰ ਲੱਗਦਾ ਵੀ ਉਹ ਭਾਰੀ ਮਾਤਰਾ ਦੇ ਵਿੱਚ ਚੀਨ ਤੋਂ ਨਹੀਂ ਖਰੀਦੀ ਜਾਊਗੀ। ਕੁਛ ਹੋ ਸਕਦੇ ਆ ਜਿਹੜੇ ਆ ਕੰਟਰੀਆਂ ਖਰੀਦ ਵੀ ਲੈਣ, ਜਾਂ ਕੋਈ ਨੇੜੇ ਤੇੜੇ ਦੀਆਂ ਜਾਂ ਕਿਵੇਂ ਵੀ ਆ ਨਾ। ਤੇ ਲੇਕਿਨ ਹਜੇ ਤੱਕ ਤਾਂ ਇਹ ਟਿੱਪਣੀ ਆ ਭਾਜੀ ਚੱਲ ਰਹੀ ਬਈ ਜਿਹੜਾ ਕਰੋਨਾ ਆ, ਇਹ ਵੈਕਸੀਨ ਆ, ਇਹ ਜਿਹੜੀ ਆ ਵੀ ਚੀਨ ਤੋਂ ਨਹੀਂ ਖਰੀਦੀ ਜਾ ਰਹੀ। ਇਹਦੇ ਬਾਰੇ ਹੁਣ ਜਿਹੜੇ ਆ ਰਾਏ ਜਿਹੜੀ ਉਹ ਕਹਿ ਨਹੀਂ ਸਕਦੇ ਵੀ ਕੋਈ ਭਰੋਸਾ ਆ। ਠੀਕ ਹੈ, ਮਤਲਬ ਉਹਦੀ ਜਿਹੜੀ ਗੁਣਵੱਤਾ ਜਾਂ ਕਹ ਲਓ ਪ੍ਰੋਡਕਟ ਦੀ ਕੁਆਲਿਟੀ ਤੇ ਭਰੋਸਾ ਨਹੀਂ ਹੈ। ਹਾਂ, ਨਹੀਂ ਉਹ ਹੈ ਨਹੀਂ ਗਾ ਇਹਦੇ ਤੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤਾਂ ਹੀ ਕਿਹਾ ਨਾ, ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਜਿਹੜਾ ਇਹਨਾਂ ਨੇ ਬਣਾਈ ਗਈ ਆ ਵੈਕਸੀਨ ਬਣਾਈ ਆ, ਜਾਂ ਕਿਹੜੀਆਂ ਕੰਪਨੀਆਂ ਦੇ ਨਾਲ ਇਹਨਾਂ ਦਾ ਕੰਟਰੈਕਟ ਹੁੰਦਾ ਆ, ਜਾਂ ਕਿਹੜੇ ਦੇਸ਼ਾਂ ਦੇ ਨਾਲ ਹੁੰਦਾ, ਹਜੇ ਉਹਦੇ ਬਾਰੇ ਆ ਕਿਸੇ ਤਰ੍ਹਾਂ ਦਾ ਕੋਈ ਵੀ ਦੁਨੀਆ ਵੀ ਨਹੀਂ ਸਪਸ਼ਟ ਕਰ ਸਕਦੀ, ਅਸੀਂ ਵੀ ਨਹੀਂ ਕਰ ਸਕਦੇ। ਹਾਂਜੀ ਬਿਲਕੁਲ ਜੀ ਬਿਲਕੁਲ। ਵੈਸੇ ਤਾਂ ਸਾਹਿਬ ਇਹ 'ਚ ਭਰੋਸੇ ਜੋ ਗੱਲ ਹੈ ਵੀ ਨਹੀਂ, ਕਿਉਂਕਿ ਉਹਨਾਂ ਨੇ ਜਿਹੜੇ ਇਹ ਜਦੋਂ ਕਰੋਨਾ ਸ਼ੁਰੂ ਹੋਇਆ ਸੀਗਾ, ਹਾਂਜੀ, ਕਾਫੀ ਚਿਰ ਉਹਨਾਂ ਨੇ ਇਹਨੂੰ ਦੱਬ ਰੱਖਿਆ। ਜੀ ਜੀ, 2-3 ਮਹੀਨੇ ਤੱਕ ਮਤਲਬ ਪਤਾ ਹੁੰਦਿਆਂ ਹੋਇਆ ਵੀ ਬਾਹਰ ਨਹੀਂ ਨਿਕਲਣ ਦਿੱਤਾ। ਸੋ ਭਰੋਸੇ ਤਾਂ ਉਹਨੇ ਆਪ ਹੀ ਗਵਾਇਆ, ਕਿਸੇ ਨੇ ਨਹੀਂ ਕੁਝ ਵੀ ਕੀਤਾ। ਇਹ ਗੱਲ ਸਹੀ ਆ ਤੁਹਾਡੀ। ਵੈਸੇ ਤੇ ਹੁਣ ਆਪਾਂ ਧੰਮ ਸਾਹਿਬ ਅੱਜ ਗੱਲ ਕਰਦੇ ਹਾਂ ਜੀ, ਜਿਹੜੇ ਯੂਪੀ ਤੋਂ ਕਿਸਾਨ ਆਏ ਜੀ ਅੰਦੋਲਨ ਦੇ ਵਿੱਚ,
ਤੇ ਆਪਣੇ ਏਸ਼ੀਆ ਟੀਵੀ ਦੀ ਟੀਮ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਜੀ। ਬਿਲਕੁਲ ਜੀ ਭਾਜੀ, ਉਹ ਜਿਹੜੀ ਸਾਡੀ ਉੱਥੇ ਟੀਮ ਇਸ ਲਈ ਕੰਮ ਕਰ ਰਹੀ ਆ, ਬਹੁਤ ਮਿਹਨਤ ਕਰ ਰਹੇ ਆ ਅੰਕਾਰ ਸਿੰਘ ਹੋਣੀ ਤੇ ਨਾਲ ਗੁਰਜੀਤ ਮੁੰਡਾ ਕੈਮਰਾਮੈਨ ਆ। ਉਹ ਫਿਰ ਵੱਖ-ਵੱਖ ਜਿਹੜੀਆਂ ਸਰਹੱਦਾਂ ਆ ਜਿੱਥੇ ਧਰਨੇ ਚੱਲ ਰਹੇ ਆ ਉੱਥੇ ਪਹੁੰਚ ਕੇ ਫਿਰ ਉਹ ਜਿਹੜੇ ਬਾਹਰੋਂ ਸਟੇਟਾਂ ਤੋਂ ਵੀ ਆਏ ਹੋ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ। ਠੀਕ ਹੈ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਜਿਹੜੀ ਉਹ ਆਪਾਂ ਆਪਣੇ ਦਰਸ਼ਕਾਂ ਨਾਲ ਹੁਣ ਸਾਂਝੀ ਜ਼ਰੂਰ ਕਰਾਂਗੇ ਜੀ। ਠੀਕ ਹੈ ਜੀ। ਏਸ਼ੀਆ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਸੋ ਅਸੀਂ ਪਹੁੰਚੇ ਹੋਏ ਹਾਂ ਗਾਜੀਪੁਰ ਬਾਰਡਰ। ਸੋ ਉਰੇ ਕਿਸਾਨਾਂ ਨਾਲ ਵਿਚਾਰ ਕਰਾਂਗੇ, ਉਹਨਾਂ ਤੋਂ ਪੁੱਛਾਂਗੇ ਕਿ ਸਰਕਾਰ ਦੇ ਨਾਲ ਉਹਨਾਂ ਦੇ ਕੀ ਖਦਸ਼ੇ ਨੇ ਤੇ ਕੀ ਉਹਨਾਂ ਦੀਆਂ ਸਮੱਸਿਆਵਾਂ ਇਸ ਠੰਡ ਦੇ ਵਿੱਚ ਉਰੇ ਆ ਰਹੀਆਂ ਨੇ। नमस्कार जी। नमस्कार साहब, पहले हम अपना एड्रेस देते हैं। हम यूपी के बिजनौर जिले से रहने वाले हैं, हल्दौर ब्लॉक। हाँ जी, हाँ। और सल्लाहपुर गांव हमारा। ये ढिल्ली के भाई मेरे बैठे हैं, ये जलालपुर के भाई मेरे बैठे हैं। और हमारे हल्दौर ब्लॉक में सरदार नहीं रहता कोई। ठीक है जी। कल 100 ट्रैक्टर लगभग 1100-1000 आदमी हम लेकर आए साथ, एक साथ पुल के पल्ले साइड हमारे सब आदमी खड़े हैं। ये मोदी जी या इनके प्रभारी आदमी कहते हैं कि ये सरदारों का आंदोलन। ये सरदारों का आंदोलन कहाँ से हो गया? किसानों का आंदोलन है। ये किसानों की परवाह बिल्कुल नहीं कर रहे। ये 2-3 के सेटों के चक्कर में पड़ रहे हैं। और हमने भी बहुत दिलों से वोट दिए थे, हम भाजपा के आदमी हैं, लेकिन जब ये उल्टा काम कर रहे हैं तो हमका इनका विरोध अब इनके साथ हम रहेंगे नहीं। इतना परेशान किसान है, पिछले साल का पेमेंट तक नहीं दिया हमारे शांतपुर मिलना, बिजनौर मिलना और बिलाई मिलना। पिछले साल का पेमेंट। किस चीज़ का पेमेंट है? गन्ने का पेमेंट। गन्ना किसान हम हैं। ये कहते हैं कि सरदारों का, अरे सरदारों का हमारे ब्लॉक में है भी ना। 1000 आदमी 1100 कल आए, उससे पहले रोज आते रहते हैं। आपका कहना है कि ये किसानों का आंदोलन है? हाँ, किसानों का आंदोलन है। मैं सिसोना गन्ना उसका कोऑपरेटिव सोसाइटी का चेयरमैन, सिसोना कोऑपरेटिव सहकारी सोसाइटी का चेयरमैन पूर्व धर्मेंद्र सिंह उर्फ बबलू, सल्लाहपुर का रहने वाला हूँ। ये जितेंद्र भाई बताएंगे। और जी। मैं ग्राम ढेली गुजर से हूँ। मेरा जो गांव पड़ता है वो बिजनौर डिस्ट्रिक्ट में पड़ता है, हल्दौर ब्लॉक में पड़ता है। और जो अभी हमने पिछले साल हमारी जो गन्ना मिल थी वो जो जून के लास्ट में बंद हुई है। और अभी तक जो हम पिछले साल का भी पूरा पैसा नहीं मिल सका है। अभी तक मार्च का पेमेंट चल रहा है हमारे मिल का। बताओ हम किसान क्या करेगा? जो आपके यूपी सरकार है वो जो आपकी गन्ने की पेमेंट है वो अभी तक नहीं भर पाई है, लेकिन सरकार के वादे तो बहुत बड़े बड़े हैं। वादे तो इतने बड़े बड़े हैं कि हम ये करेंगे, ये सब्सिडी देंगे तुम लोगों को, ये करेंगे, ये खाद के पैसे बढ़ा दिए हैं, बिजली के पैसे बढ़ा दिए हैं। और जो सब मिलना कुछ नहीं है किसान को झूठे वादे कर 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 जो बस जो बरगला रखा है। हाँ जी, हाँ जी। तुसी की कहोगे जी? हम लोग ये कहना चाहते हैं, हम उत्तर प्रदेश के शाहजहांपुर जिला से हैं, यूपी से। और ये जो इन लोगों ने रेट खत्म किया है उसकी वजह से हमारे यहाँ पर 800 से लेके 1000-1100 तक धान बिका, बढ़िया वाला धान जो सोने जैसा था। आलू 60 रुपया तक बिक गए। कि हम लोग जो इनको ये कहना चाहते हैं कि आपने हिंदू मुसलमान की पढ़ाई पढ़ी थी और पेपर देने के वक्त में किसान आ गया। आज किसान सड़कों पर है। अकेला सरदार किसान नहीं है, हिंदू मुस्लिम सिख ईसाई आपस में सब भाई भाई सभी किसान हैं। जो साथ में हमारे हिंदू खड़े हैं, मुसलमान भाई खड़े हैं, सभी लोगों का यहाँ पर है। और हम लोग सभी पूछते हैं फंड कहाँ से आया। हम लोगों को फंड जो आ रहा है, हम किसान लोग अपने घरों से आटा तेल राशन सब कुछ लेके आए हैं। कुछ हमारे ऐसे भाई हैं जो सेवा रखते हैं, इन्होंने उस टाइम नहीं कहा कि ये फंड कहाँ से आया। जब कोरोना चलता था 3 महीने तक गुरुद्वारों से खाया गया, तब गुरुद्वारों के ऊपर उंगली नहीं उठी। आज ये गुरुद्वारों पे उंगली उठा रहे हैं। हम इनसे पूछ रहे हैं कि उस टाइम आप कहाँ गए थे, तब फंड कहाँ से आया था। जब रवि सिंह वहाँ राख में जहाँ पर भी कहीं पर भी आफत आती है, खालसा एड वाले वो वहाँ पर खाना पहुँचाते हैं जहाँ पर भी, तब तो उनकी वाह करते हैं। और आज अगर किसानों के लिए पहुँचा रहे हैं तो कह रहे हैं कि ये फंड कहाँ से आ रहा। वो लोग हमारी साथ दे रहे हैं। वो लोग जब विदेशों में पहुँचा सकते हैं खाने पीने का राशन, तो यहाँ भी दे रहे हैं। ਸੋ ਇਹ ਸਨ ਸਾਡੇ ਨਾਲ यूपी ਤੋਂ ਆਏ ਹੋਏ ਕਿਸਾਨ, ਜਿਨ੍ਹਾਂ ਨੇ ਭਲੀ ਭਾਤ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਕੋਈ ਗਲਤ ਜੋ ਜਥੇਬੰਦੀ ਇਹਨਾਂ ਨੂੰ ਫੰਡਿੰਗ ਨਹੀਂ ਕਰਦੀ। ਇਹ ਖੁਦ ਹੀ ਆਪਣੇ ਪਿੰਡਾਂ ਤੋਂ, ਆਪਣੇ ਪਿੰਡ ਵਾਸੀਆਂ ਤੋਂ ਸਾਰਾ ਇਹ ਜਿਹੜਾ ਅਨਾਜ ਹੈ, ਜੋ ਖਾਣ ਪੀਣ ਦੀਆਂ ਵਸਤਾਂ ਉਹ ਇਕੱਠੀਆਂ ਕਰਕੇ ਲੈ ਕੇ ਆਉਂਦੇ ਨੇ। ਤੇ ਖਾਲਸਾ ਏਡ ਬਾਰੇ ਵੀ ਇਹਨਾਂ ਨੇ ਦੱਸਿਆ ਕਿ ਖਾਲਸਾ ਏਡ ਹੈ ਜਿਹੜੀ ਉਹ ਮਨੁੱਖਤਾ ਦੀ ਸੇਵਾ ਕਰਦੀ ਹੈ ਤੇ ਉਹ ਜਿਹੜੀ ਹੈ
ਤਿੰਨੇ ਹੀ ਚਾਰੋਂ ਹੀ ਜਿਹੜੇ ਮੋਰਚੇ ਉਰੇ ਲੱਗੇ ਹੋਏ ਨੇ, ਹਰ ਇੱਕ ਜਗ੍ਹਾ ਖਾਲਸਾ ਏਡ ਦਾ ਪੂਰਾ ਸਹਿਯੋਗ ਹੈ ਜੀ। ਕਿਸਾਨਾਂ ਨੂੰ ਕੋਈ ਵੀ ਦੁੱਖ ਤਕਲੀਫ ਹੁੰਦੀ ਹੈ ਤਾਂ ਉਹਦੇ ਵਿੱਚ ਖਾਲਸਾ ਏਡ ਖੜੀ ਹੈ। ਸੋ ਮੈਂ ਓਂਕਾਰ ਸਿੰਘ, ਗਾਜੀਪੁਰ ਬਾਰਡਰ, ਦਿੱਲੀ। ਭਾਜੀ ਜਿਹੜੀ ਆਪਾਂ ਇਹ ਵੀਡੀਓ ਸਾਂਝੀ ਕੀਤੀ ਆ ਆਪਣੇ ਦਰਸ਼ਕਾਂ ਦੇ ਨਾਲ, ਹਾਂਜੀ ਤੁਸੀਂ ਦੇਖੋ ਵੀ ਇਹਦੇ ਵਿੱਚ ਕਿਸਾਨਾਂ ਨੇ ਕਿਹੜੀਆਂ ਗੱਲਾਂ ਸਾਹਮਣੇ ਲਿਆਂਦੀਆਂ ਸਰਕਾਰ ਦੇ, ਹਾਂਜੀ। ਕਿਉਂਕਿ ਸਰਕਾਰ ਹਮੇਸ਼ਾ, ਕੇਂਦਰ ਸਰਕਾਰ ਇਹ ਦਾਅਵੇ ਕਰਦੀ ਆ ਵੀ ਅਸੀਂ ਹੋਰ ਸਟੇਟਾਂ ਦੇ ਵਿੱਚ ਆਹ ਬੈਨੀਫਿਟ ਦਿੱਤੇ ਆ, ਆਹ ਹਾਂਜੀ। ਸਹੂਲਤਾਂ ਦਿੱਤੀਆਂ ਆ, ਪਰ ਤੁਸੀਂ ਦੇਖੋ ਉਹ ਕਹਿੰਦੇ ਵੀ ਸਾਨੂੰ ਹਜੇ ਤੱਕ ਗੰਨੇ ਦੀ ਅਦਾਇਗੀ ਵੀ ਨਹੀਂ ਹੋਈ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ, ਹਜੇ ਤੱਕ ਉਹਨਾਂ ਦੀ ਗੰਨੇ ਦੀ ਅਦਾਇਗੀ ਨਹੀਂ ਹੋਈ ਤੇ ਇਧਰ ਕਿਸਾਨਾਂ ਨੇ ਕਣਕ ਬੀਜ ਕੇ ਤਾਂ ਇਹਨਾਂ ਨੂੰ ਧਰਨੇ ਦੇਣੇ ਪੈ ਗਏ ਤੇ ਹਾਂਜੀ। ਕੇਂਦਰ ਸਰਕਾਰ ਹਜੇ ਵੀ ਕਹਿੰਦੀ ਅਸੀਂ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਹਾਂ। ਜਿਹੜੇ ਸਾਡੇ ਕਿਸਾਨਾਂ ਨੇ ਮੁੱਦੇ ਚੁੱਕੇ ਹੋਆ ਜੀ, ਉਹ ਉਹਨਾਂ ਨੇ ਪ੍ਰੂਫ ਕੀਤਾ ਵੀ ਸਾਡੇ ਨਾਲ ਇਹ ਹੋ ਰਿਹਾ। ਹਾਂਜੀ ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਰਵੀ ਸਿੰਘ ਹੁਣਾਂ ਬਾਰੇ ਵੀ ਗੱਲ ਕੀਤੀ, ਦੇਖ ਲਓ ਹਾਂਜੀ। ਖਾਲਸਾ ਏਡ ਬਾਰੇ। ਉਹ ਕਹਿੰਦੇ ਵੀ ਪਿੱਛੇ ਜਦੋਂ ਕਰੋਨਾ ਸ਼ੁਰੂ ਹੋਇਆ, ਹਾਂਜੀ ਹਾਂਜੀ ਕੋਵਿਡ-19 ਦਾ ਪ੍ਰਕੋਪ ਸ਼ੁਰੂ ਹੋਇਆ, ਉਦੋਂ 3 ਤੋਂ 4 ਮਹੀਨੇ ਜਿਹੜੇ ਆ ਗੁਰਦੁਆਰਾ ਸਾਹਿਬ ਤੋਂ ਲੰਗਰ ਗਿਆ ਹਾਂਜੀ ਜਾਂ ਹੋਰ ਧਾਰਮਿਕ ਸੰਸਥਾਵਾਂ ਤੋਂ ਲੰਗਰ ਗਿਆ, ਉਦੋਂ ਸਰਕਾਰ ਨੇ ਕੋਈ ਹੈਲਪ ਨਹੀਂ ਕੀਤੀ। ਹਾਂਜੀ ਹਾਂਜੀ ਜਦ ਕਿ ਦਾਅਵੇ ਕਰਦੀ ਰਹੀ ਵੀ ਤੁਹਾਨੂੰ ਅਸੀਂ ਸਾਰਾ ਕੁਝ ਰਾਸ਼ਨ ਪਹੁੰਚਾਵਾਂਗੇ ਜਾਂ ਹਾਂਜੀ, ਕਿਵੇਂ, ਹਾਂਜੀ, ਹਨਾ। ਬਿਲਕੁਲ। ਤੇ ਲੇਕਿਨ ਕਹਿੰਦੇ ਉਦੋਂ ਰਵੀ ਸਿੰਘ ਨੇ ਤੈਂ ਜਾ ਕੇ ਉਹਨਾਂ ਦੀਆਂ ਜਿਹੜੀਆਂ ਪਾਰਟੀਆਂ ਬਣੀਆਂ ਆ, ਇਹ ਵਲੰਟੀਅਰ ਹੈਗੇ ਆ, ਹਾਂਜੀ, ਹਾਂਜੀ। ਵੀ ਉਹਨਾਂ ਨੇ ਲੋਕਾਂ ਨੂੰ ਲੰਗਰ ਮੁਹੱਈਆ ਕਰਾਇਆ। ਬਿਲਕੁਲ। ਲੇਕਿਨ ਹੁਣ ਕਹਿੰਦੇ ਵੀ ਉਹ ਕਹਿਣ ਰਹੇ ਆ ਵੀ ਇਹ ਜੀ ਅੱਤਵਾਦੀ ਆ, ਇਹ ਵੱਖਵਾਦੀ, ਇਹਨਾਂ ਨੂੰ ਬਾਹਰੋਂ ਸਪੋਰਟਾਂ ਆ ਰਹੀਆਂ। ਇਸ ਚੀਜ਼ ਲਈ ਉਹਨਾਂ ਨੇ ਜਾਨੀ ਕੇਂਦਰ ਸਰਕਾਰ ਨੂੰ ਝਾੜ ਪਾਈ ਆ। ਬਿਲਕੁਲ ਜੀ ਬਿਲਕੁਲ। ਲੇਕਿਨ ਉਹ ਮਹਿਸੂਸ ਕਰਨ ਤਾਂ ਆ ਕਹਿੰਦੇ ਹੁੰਦੇ ਗੱਲ ਤਾਂ ਮਹਿਸੂਸ ਕਰਨ ਦੀ ਹੈ ਜੀ, ਜਾਂ ਵੱਡੀ ਗੱਲ ਤਾਂ ਹੈ। ਕਿਉਂਕਿ ਮੈਂ ਤਾਂ ਇੱਕ ਚੀਜ਼ ਤੋਂ ਹੈਰਾਨ ਆ ਵੀ ਜਿਹੜੇ ਪੰਜਾਬ ਤੋਂ ਜਿੱਤ ਕੇ ਗਏ ਉਹ ਆ ਕੇਂਦਰ ਸਰਕਾਰ ਦੇ ਵਿੱਚ ਐਲੇ ਮੰਤਰੀ ਆ ਜਾਂ ਐਮਪੀ ਆ, ਜਿਹੜੇ ਮੌਜੂਦਾ ਸਰਕਾਰ ਦੇ ਵਿੱਚ ਇਸ ਲਈ ਉਹਨਾਂ ਦੇ ਬੰਦੇ ਹੈਗੇ ਆ, ਕਿਉਂਕਿ ਦੂਜਿਆਂ ਦੀ ਤਾਂ ਨਹੀਂ ਸੁਣਨੀ ਨਹੀਂ, ਬਿਲਕੁਲ ਭਾਵੇਂ ਜੋ ਮਰਜ਼ੀ ਰੌਲਾ ਪਾਈ ਜਾਣ। ਲੇਕਿਨ ਉਹਨਾਂ ਨੂੰ ਵੀ ਇਹ ਸ਼ਰਮ ਆਉਣੀ ਚਾਹੀਦੀ। ਮੈਂ ਕਹਿੰਦਾ ਵੀ ਜਿਹੜਾ ਉਹ ਉੱਥੇ ਆ ਕੇ ਇਹ ਤਾਂ ਕਹਿਣ, ਕਮ ਸੇ ਕਮ ਗੱਲ ਕਰਨ ਵੀ ਭਾਈ ਉੱਥੇ ਤੁਸੀਂ ਆਹ ਕੁਝ ਲੋਕਾਂ ਬਾਰੇ ਬੋਲੀ ਜਾਂਦੇ ਆ, ਜਾਂ ਤੁਸੀਂ ਤੁਹਾਡੇ ਬੰਦੇ। ਕੱਲ ਇੱਕ ਹੋਰ ਬੰਦਾ ਫੜ ਲਿਆ ਉੱਥੇ RSS ਦਾ, ਠੀਕ ਹੈ। ਕੱਲ ਉਹ ਵੀਡੀਓ ਵਾਇਰਲ ਹੋਈ ਆ ਉਹਦੀ, ਤੇ ਉਹਨੂੰ ਟ੍ਰੇਨਿੰਗ ਦਿੱਤੀ ਗਈ, ਉਹਦੇ ਹੱਥ 'ਚ ਪੋਸਟਰ ਭੇਜੇ ਗਏ ਆ। ਉਹਦਾ ਨਾਂ ਤਾਂ ਚਲੋ ਅਸੀਂ ਨਹੀਂ ਨਸ਼ਰ ਕਰਾਂਗੇ, ਲੋਕਾਂ ਨੇ ਸ਼ਾਇਦ ਵੀਡੀਓ ਦੇਖੀ ਹੋਊਗੀ, ਪਰ ਲੇਕਿਨ ਉਹ ਕਹਿੰਦਾ ਵੀ ਮੈਨੂੰ ਪਿਛਲੇ 1 ਸਾਲ ਤੋਂ ਟ੍ਰੇਨਿੰਗ ਦਿੱਤੀ ਜਾ ਰਹੀ ਆ, ਮੈਨੂੰ ਪੇ ਵੀ ਕਰਦੇ ਆ। ਮੇਰੇ ਘਰਦਿਆਂ ਨੂੰ ਨਹੀਂ ਪਤਾ, ਸਿਰ ਮੇਰੀ ਭੈਣ ਨੂੰ ਪਤਾ ਸੀ ਵੀ ਮੈਂ ਇਸ ਐਜੀਟੇਸ਼ਨ ਤੇ ਇੱਥੇ ਪਹੁੰਚਾਂ। ਅੱਛਾ। ਜਿੱਥੇ ਮੇਨ ਆਪਣੇ ਚੱਲ ਰਿਹਾ ਸੀ ਪ੍ਰੋਗਰਾਮ ਸਟੇਜ ਦਾ, ਜਿੱਥੇ ਕਿਸਾਨ ਅੰਦੋਲਨ ਦਾ, ਉੱਥੇ ਉਹ ਆਇਆ ਤੇ ਆ ਕੇ ਪਹਿਲਾਂ ਕਹਿੰਦਾ ਮੈਂ ਕਿਸਾਨ ਦੇ ਹੱਕ ਦੇ ਵਿੱਚ ਨਾਰੇ ਲਾਏ ਆ, ਤੇ ਨਾਲੇ ਪੇਪਰ ਵੰਡਣੇ ਸ਼ੁਰੂ ਕਰ ਦਿੱਤੇ ਜਿਹੜੇ ਕਿਸਾਨਾਂ ਦੇ ਕੁਝ ਹੱਕ 'ਚ ਸੀ, ਕੁਝ ਵਿਰੋਧ 'ਚ ਸੀਗੇ। ਮੁੜ ਕੇ ਕਹਿੰਦਾ ਮੋਦੀ ਦੇ ਹੱਕ 'ਚ ਵੀ ਮੈਂ 2-3 ਲਾਏ ਆ। ਕਹਿੰਦਾ ਆਪਣੇ ਨਰਿੰਦਰ ਮੋਦੀ ਦੀ ਬਹੁਤ ਵਧੀਆ ਇਨਸਾਨ ਆ, ਉਹਦੇ ਪਿੱਛੇ ਲੱਗ ਜਾਓ, ਇਦਾਂ ਦੀਆਂ ਗੱਲਾਂ ਜਾਨੀ ਉਹ ਲਿਖੀਆਂ ਸੀ ਪੋਸਟਰਾਂ ਦੇ ਉੱਤੇ ਉਹਨੂੰ। ਤੇ ਉਹ ਫੜ ਲਿਆ ਬੰਦਿਆਂ ਨੇ। ਜਦੋਂ ਫੜਿਆ ਚਲੋ ਕਿਹਾ ਤਾਂ ਕੁਛ ਨਹੀਂ, ਲੇਕਿਨ ਉਹ ਸ਼ਰਮਿੰਦਾ ਹੋਇਆ ਇਹ ਜ਼ਰੂਰ ਕਵੇ ਪਹਿਲੇ ਮੈਨੂੰ ਚਾਹ ਪਾਣੀ ਪਿਲਾਇਆ, ਫਿਰ ਮੈਨੂੰ ਰੋਟੀ ਵੀ ਖਿਲਾਈ ਆ, ਲੇਕਿਨ ਕਹਿੰਦਾ ਮੇਰੀ ਗਲਤੀ ਆ, ਮੈਂ ਮਹਿਸੂਸ ਕਰਦਾ ਕਿ ਮੈਨੂੰ ਇਹ ਕੰਮ ਨਹੀਂ ਕਰ ਚਾਹੀਦਾ, ਲੇਕਿਨ ਮੈਨੂੰ RSS ਦੇ ਨਾਲ 1 ਸਾਲ ਹੋ ਗਿਆ ਕੰਮ ਕਰਦੇ ਨੂੰ। ਕਹਿੰਦਾ ਇਹ ਗੱਲ ਉਹਨੂੰ ਸਪਸ਼ਟ ਆਪ ਹੀ ਕਰ ਦਿੱਤੀ ਆ। ਤੇ ਧਾਮੀ ਸਾਹਿਬ ਦੇਖੋ, ਜਿਹੜਾ ਬੰਦਾ ਕਿਤੇ ਨਾ ਕਿਤੇ ਨਾ ਅਸੀਂ ਬੰਦੇ ਨੂੰ ਬਰਗੜਾ ਫਸਲਾ ਕੇ ਆਪਣੇ ਨਾਲ ਲੈ ਤਾਂ ਆਉਨੇ ਆ, ਪਰ ਜਦੋਂ ਜ਼ਮੀਰ ਜਾਗ ਪੈਂਦੀ ਬੰਦਾ ਸੱਚ ਬੋਲ ਹੀ ਦਿੰਦਾ ਜੀ। ਫਿਰ ਹੋਰ ਗੱਲ ਜਿਹੜੀ ਗੱਲ ਕਹੀ, ਕਹਿੰਦਾ ਹਜੇ ਤੱਕ ਹੁਣ ਮੈਨੂੰ ਕੋਈ ਪੈਸਾ ਨਹੀਂ ਮਿਲਿਆ ਇੱਥੇ ਆਏ ਦਾ, ਜਿੱਦਣ ਦਾ ਮੈਂ ਆਇਆ ਤੁਰਿਆ ਫਿਰਦਾ, ਜਾਂ ਮੈਂ ਦਿੱਲੀ 'ਚ ਸੀਗਾ ਜਾਂ ਕਿੱਥੇ ਵੀ, ਲੇਕਿਨ ਕਹਿੰਦਾ ਹਜੇ ਤੱਕ ਮੈਨੂੰ ਕੋਈ ਪੈਸਾ ਨਹੀਂ ਮਿਲਿਆ, ਲੇਕਿਨ ਮੈਨੂੰ ਲਾਲਚ ਜ਼ਰੂਰ ਦਿੱਤਾ ਸੀ ਵੀ ਤੈਨੂੰ ਪੈਸੇ ਦੇਵਾਂ, ਮਤਲਬ ਮਿਸ਼ਨ ਪੂਰਾ ਹੋ ਤਾਂ ਦਵਾਂ। ਹਾਂ, ਜਾਨੀ ਕਿ ਮੈਂ ਤਾਂ ਹੈਰਾਨ ਆ ਵੀ ਦੇਖ ਲਓ ਹੁਣ ਇਹੋ ਜੀਆਂ ਕੁਝੀਆਂ ਸ਼ਰਾਰਤਾਂ ਜਿਹੜੀਆਂ ਬੰਦੇ ਵਿੱਚ ਛੱਡ ਕੇ ਕਰਨ ਲੱਗ ਪਏ ਆ। ਬੜੀ ਸ਼ਰਮ ਵਾਲੀ ਗੱਲ ਆ ਜੀ ਹੁਣ ਤਾਂ ਉਹਨਾਂ ਵਾਸਤੇ, ਕਿਉਂਕਿ ਸਰਕਾਰ ਹੁਣ ਗੋਡੜੀਆਂ ਟੇਕਣੀਆਂ ਵਾਲੀ ਗੱਲ ਆ ਗਈ ਆ। ਅੱਜ 30 ਤਰੀਕ ਹੈਗੀ ਆ ਉੱਥੇ, ਅੱਜ ਮੀਟਿੰਗ ਵੀ ਆ ਉਹਨਾਂ ਦੀ। ਠੀਕ ਹੈ ਜੀ। ਹੁਣ ਦੇਖੋ ਉਹਦਾ ਕੀ ਸਿੱਟਾ ਨਿਕਲਦਾ। ਠੀਕ ਹੈ ਜੀ। ਮੈਂ ਅਗਲੀ ਗੱਲ ਉਹੀ ਤੁਹਾਡੇ ਨਾਲ ਕਰਨੀ ਸੀ ਵੀ ਕੇਂਦਰ ਨਾਲ ਗੱਲਬਾਤ ਕਰਨ ਲਈ ਸਰਕਾਰ ਜਿਹੜੀ ਸੀਗੀ, ਕਿਸਾਨਾਂ ਨੇ ਵੀ ਆਪਣਾ ਕਹਿੰਦੇ ਟਾਈਮ ਜਿਹੜਾ ਆ ਉਹ ਚੇਂਜ ਕੀਤਾ ਜੀ ਕੁਝ। ਬਿਲਕੁਲ ਭਾਜੀ, ਉਹਨਾਂ ਨੇ 29 ਤਰੀਕ ਦਿੱਤੀ ਸੀ, ਜਿੱਦਾਂ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਵੀ 29 ਤਰੀਕ ਦਿੱਤੀ ਸੀਗੀ ਬਈ ਗੱਲਬਾਤ ਕਰਨ ਲਈ, ਤੇ ਕਾਂਗਰਸ ਆਪਣੇ ਮਾਫ ਕਰਨਾ ਜੀ, ਮੋਦੀ ਸਰਕਾਰ ਨੇ ਉਹਨਾਂ ਦੀ ਗੱਲ ਨੂੰ ਇਨਕਾਰ ਕਰ ਦਿੱਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ 30 ਤਰੀਕ ਨੂੰ ਇਹਨਾਂ ਨੇ ਟਰੈਕਟਰ ਰੈਲੀ ਕੱਢਣੀ ਆ। ਕਿਉਂਕਿ 30 ਤਰੀਕ ਦਾ ਇਹਨਾਂ ਦਾ ਪਲਾਨ ਸੀਗਾ ਜਿਹੜਾ ਜੋ ਵੀ ਬਣਿਆ ਸੀ ਵੀ ਆਪਾਂ ਇੱਕ ਰੈਲੀ ਦਿੱਲੀ ਦੇ ਵਿੱਚ ਕੱਢਾਂਗੇ, ਆਪਣਾ ਜਾਨੀ ਕਿ ਇਕਜੁੱਟਤਾ ਦਾ ਜਿਹੜਾ ਵੀ ਤਾਕਤ ਦਾ ਆਪਾਂ ਇਹਨਾਂ ਨੂੰ ਇੱਕ ਵਾਰੀ ਦਿਖਾਵਾ ਕਰਾਂਗੇ। ਲੇਕਿਨ ਉਹਨਾਂ ਨੇ ਦੇਖੋ ਸ਼ਰਾਰਤ ਇਦਾਂ ਦੀ ਕੀਤੀ ਆ ਵੀ ਉਹ 30 ਤਰੀਕ ਹੀ ਇਹਨਾਂ ਨੂੰ ਦੇਤੀ ਆ, ਜਾਨੀ ਕਿ ਉਹ ਆਪਣਾ ਪ੍ਰਸਤਾਵ ਜਿਹੜਾ ਭੇਜਿਆ ਉਹਦੇ 'ਚ 30 ਤਰੀਕ ਦੇਤੀ ਵੀ ਸਾਨੂੰ ਅਸੀਂ 30 ਤਰੀਕ ਨੂੰ ਗੱਲ ਕਰਾਂਗੇ। ਤੇ ਕਿਸਾਨ ਵੀ ਤੁਹਾਨੂੰ ਪਤਾ ਵੀ ਜਿਹੜਾ ਖੇਤੀਬਾੜੀ ਕਰਨ ਵਾਲਾ ਬੰਦਾ ਆ
ਉਹਨੂੰ ਇਹਨਾਂ ਨੂੰ ਭੁੱਲ ਨਹੀਂ ਸਮਝਣਾ ਚਾਹੀਦਾ। ਨਹੀਂ ਜੀ ਨਹੀਂ, ਹੁਣ ਬਹੁਤ ਪੜ੍ਹਿਆ ਲਿਖਿਆ ਆ ਇਨਸਾਨ ਆ ਭਾਜੀ, ਬਿਲਕੁਲ ਠੀਕ ਆ ਨਾ। ਕਿਸਾਨ ਇਸ ਲਈ ਇੰਨਾ ਕੁ ਪੜ੍ਹਿਆ ਲਿਖਿਆ ਵੀ ਨੌਜਵਾਨ MA BEd ਕਰਕੇ ਵੀ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਸਰਕਾਰਾਂ ਤੋਂ ਦਿੱਤੀਆਂ ਗਈਆਂ, ਲੇਕਿਨ ਉਹ ਇਸ ਲਈ ਖੇਤੀਬਾੜੀ ਦੇ ਵਿੱਚ ਬਹੁਤ ਹੀ ਵਧੀਆ ਆਪਣਾ ਕੰਮਕਾਰ ਚਲਾ ਰਹੇ ਆ। ਬਿਲਕੁਲ ਜੀ ਬਿਲਕੁਲ। ਠੀਕ ਹੈ ਜੀ। ਮੈਂ ਤੁਹਾਨੂੰ ਸਾਹਿਬ ਇੱਕ ਗੱਲ ਕਹੂੰਗਾ ਤੁਹਾਡੀ, ਸੌਰੀ, ਇਹ ਕਹਿੰਦੇ ਨਾ ਕਿਸਾਨਾਂ ਨੂੰ ਵੀ ਇਹ ਜੇ ਅਨਪੜ੍ਹ ਵੀ ਮੰਨਦੇ ਆ ਤਾਂ ਉਹ ਜਿਹੜਾ ਵੱਤ ਤੋਂ ਪਹਿਲਾਂ ਦਾਣਾ ਨਹੀਂ ਸੜਦਾ ਖੇਤ 'ਚ, ਨਹੀਂ ਸੜਦਾ ਤੇ ਇਹ ਕੀ ਸੋਚਦੇ ਵੀ ਇਹ ਇਹਨਾਂ ਨੂੰ ਇਹ ਗੱਲਾਂ 'ਚ ਕਿੱਦਾਂ ਲੈ ਆਉਣਗੇ? ਕਿਉਂਕਿ ਹਜੇ ਇਹਨਾਂ ਨੂੰ ਦਿਨ ਤਿਉਹਾਰਾਂ ਦਾ ਨਹੀਂ ਪਤਾ ਲੱਗਦਾ ਹੋਣਾ, ਤਰੀਕਾ ਦਾ। ਉਹਨੂੰ ਤਾਂ ਦੇਸੀ ਦਿਨਾਂ ਦਾ ਵੀ ਪਤਾ ਹੁੰਦਾ, ਸੱਚੀ ਗੱਲ ਹੈ। ਕਿੰਨੇ ਦਿਨ ਪੋਹ ਚੱਲ ਗਿਆ ਤੇ ਕਿੰਨੇ ਦਿਨ ਮਾਘ ਚੱਲ ਗਿਆ, ਉਹਨੂੰ ਸਾਰਾ ਹੀ ਪਤਾ ਹੁੰਦਾ। ਕਿਉਂਕਿ ਉਹਨੂੰ ਉਸ ਮੁਤਾਬਕ ਹੀ ਉਹ ਚੀਜ਼ ਨੂੰ ਬੀਜਣਾ ਵੀ ਆ, ਵੱਢਣਾ ਵੀ ਆ, ਉਹਨੇ ਦੇਖਣਾ ਵੀ ਹੁਣ ਕੋਰਾ ਕਿੰਨਾ ਪੈ ਰਿਹਾ, ਹੁਣ ਕਿਹੜੇ ਪੱਠੇ ਬੀਜੇ ਜਾ ਸਕਦੇ ਆ ਜਿਨ੍ਹਾਂ ਤੇ ਹੁਣ ਹਲੇ ਉੱਥੇ ਕੋਰਾ ਪੈ ਰਿਹਾ, ਠੰਡ ਪੈ ਰਹੀ ਆ, ਧੁੰਦ, ਕਿਉਂਕਿ ਖੇਤਾਂ ਨੂੰ ਕਣਕਾਂ ਨੂੰ ਪਾਣੀ ਲੱਗਦਾ ਤੇ ਧੁੰਦ ਆਉਣੀ ਹੈ ਨਾ ਜੀ। ਇਸ ਕਰਕੇ ਏਡਾ ਸਰਕਾਰਾਂ ਜਿਹੜੀਆਂ ਇਹ ਉਹ ਇੰਨਾ ਨਕੰਮਾ ਨਾ ਸਮਝਣ ਵੀ ਕਿਸਾਨ ਪੜ੍ਹਿਆ ਲਿਖਿਆ ਨਹੀਂਗਾ, ਬਹੁਤ ਅਣਗਾਹ ਹੋ ਗਿਆ ਆ ਹੁਣ ਤਾਂ ਉਹ। ਤਾਂ ਸਾਹਿਬ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਜਾਤੀ ਤਜਰਬਾ ਜਿਹੜਾ ਨਾ ਉਹ ਬਹੁਤ ਆ। ਜੀ 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 ਜੀ। ਹੁਣ ਉਹਨਾਂ ਨੇ ਜੀ ਇਹ ਰੈਲੀ ਕੈਂਸਲ ਕਰਤੀ ਅੱਜ ਦੀ ਫੇ। ਅੱਛਾ ਜੀ। ਇਹਨਾਂ ਨੂੰ ਇਹ ਸੀ ਵੀ ਇਹ ਰੈਲੀ 'ਚ ਵੀ ਚੱਲ ਜਾਣਗੇ ਤੇ ਇੱਧਰ ਕਿਸਾਨ ਸਾਡੇ ਨਾਲ ਮੀਟਿੰਗ ਕਰਨ ਆ ਜਾਣਗੇ, ਤੇ ਮੁੜ ਕੇ ਜੇ ਅਸੀਂ ਕੋਈ ਹਵਲਾ ਦਫੜੀ ਕਰਨੀ ਹੋਈ ਤਾਂ ਕਰ ਸਕਦੇ ਮਤਲਬ ਜੋ ਘਪਲਾ ਕਰਨਾ ਤਾਂ ਕਰ ਲਾਂਗੇ। ਪਰ ਕਿਸਾਨਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਭਾਜੀ ਜਿਹੜੀ ਰੈਲੀ ਸੀ ਉਹ ਰੱਦ ਕਰਤੀ ਵੀਰਵਾਰ ਤੱਕ। ਹਾਂਜੀ। ਤੇ ਮੈਨੂੰ ਲੱਗਦਾ ਵੀ ਵੀਰਵਾਰ ਤੋਂ ਬਾਅਦ ਉਹ ਪਟਾਕਾ ਬਹੁਤ ਵੱਡਾ ਪਾਉਣਗੇ ਜੇ ਅੱਜ ਕੋਈ ਹੱਲ ਨਾ ਹੋਇਆ ਤਾਂ। ਦੇਖੋ ਜੀ, ਕੋਸ਼ਿਸ਼ ਤਾਂ ਸਰਕਾਰ ਦੀ ਇਹੀ ਹੈ ਵੀ ਇਹਨੂੰ ਟਾਲਿਆ ਜਾ ਸਕੇ ਜਾਂ ਇਹਨੂੰ ਅਮੈਂਡਮੈਂਟ ਲਈ, ਪਰ ਜਿਹੜੇ ਕਿਸਾਨ ਆ ਉਹ ਤਾਂ ਹੁਣ ਇੱਕੋ ਚੀਜ਼ ਤੇ ਆ ਵੀ ਜਾਂ ਇਹ ਇਸ ਪਾਰ ਜਾਂ ਉਸ ਪਾਰ, ਤੇ ਬਿੱਲ ਜਿਹੜੇ ਉਹ ਰੱਦ ਕਰਾ ਕੇ ਜਾਣਾ। ਪਰ ਪ੍ਰੋਬਲਮ ਭਾਜੀ ਹੁਣ ਇਸ ਚੀਜ਼ ਦੀ ਆ ਰਹੀ ਆ ਵੀ ਜੇ ਉਹ ਇਹਨਾਂ ਦੇ ਵਿੱਚ ਕੋਈ ਤਬਦੀਲੀ ਕਰਦੇ, ਚੇਂਜ ਕਰਦੇ, ਤਾਂ ਇਹ ਫਿਰ ਸਰਕਾਰ ਮੌਕੇ ਦੇ ਉੱਤੇ ਬਹੁਮਤ ਦੇ ਵਿੱਚ ਆ, ਫਿਰ ਕਦੋਂ ਮਰਜ਼ੀ ਉਹ ਚੇਂਜ ਕਰਕੇ ਜਾ ਸਕਦੀ ਹੈ। ਮੈਂ ਉਹੀ ਗੱਲ ਕਰਦਾ, ਇਹਨਾਂ ਦਾ ਪਰਪਸ ਇਹਨਾਂ ਨੇ ਤਾਂ ਇੱਕੋ ਹੀ ਬਹੁਤ ਵਧੀਆ ਹੈ ਜੀ ਵੀ ਅਮੈਂਡਮੈਂਟ ਨਹੀਂ ਲੈਣੀ ਜਾਂ ਖਤਮ ਕਰਨਾ ਇਹਨੂੰ, ਬਸ। ਉਹ ਕਹਿੰਦੇ ਵੀ ਅਸੀਂ ਤਾਂ ਰੱਦ ਕਰਾਉਣੇ ਆ, ਮੁੜ ਕੇ ਦੇਖਾਂਗੇ ਵੀ ਕਦੋਂ ਲਾਗੂ ਇਹ ਕਰਨ ਜਾਂ ਨਾ ਕਰਨ, ਪਰ ਰੱਦ ਇੱਕ ਵਾਰੀ ਕਰਨੇ ਸਾਰੇ। ਤਾਂ ਮਿਸਾ ਦੂਜੀ ਗੱਲ ਇਹ ਵੀ ਨਾ, ਕੇਂਦਰ ਦਾ ਤਾਂ ਕੋਈ ਲੈਣ ਦੇਣ ਹੀ ਨਹੀਂ ਨਾ ਬਿੱਲਾਂ ਨਾਲ। ਜੀ 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 ਜੀ। ਰਾਜ ਸਰਕਾਰ ਦਾ ਆ, ਉਹ ਕੁਝ ਕਰੇ ਤਾਂ ਕਰੇ। ਹਾਂ ਬਿਲਕੁਲ ਜੀ ਬਿਲਕੁਲ। ਤੇ ਰਾਜ ਸਰਕਾਰ ਕਹਿੰਦੀ ਸਾਨੂੰ ਅਸੀਂ ਤੁਹਾਡੇ ਨਾਲ ਆ, ਬਾਹਰ ਨਾਲ ਆ, ਬਿਲਕੁਲ। ਤੇ ਕੇਂਦਰ ਤਾਂ ਫਿਰ ਧੱਕਾ ਹੀ ਕਰ ਰਹੀ ਹੈ। ਬਿਲਕੁਲ ਭਾਜੀ, ਇਹ ਤਾਂ ਹੈ ਜੀ। ਤੇ ਤਮੀ ਸਾਹਿਬ ਹੁਣ ਗੱਲ ਕਰਦੇ ਜੀ, ਜਿਹੜੀ ਆਪਣੇ ਗਾਜੀਪੁਰ ਸਰਹੱਦ ਤੇ ਸਾਬਕਾ ਫੌਜੀਆਂ ਨਾਲ ਆਪਣੀ ਟੀਮ ਨੇ ਗੱਲਬਾਤ ਕੀਤੀ ਹੈ ਜੀ। ਹਾਂ ਬਿਲਕੁਲ ਜੀ। ਦੇਖੋ ਉਹ ਫੌਜੀ ਜਿਹੜੇ ਸਾਬਕਾ ਫੌਜੀ ਆ, ਉਹ ਡਰੈਸ 'ਚ ਆਏ ਆ, ਉਹਨਾਂ ਨੇ ਮੈਡਲ ਮੁੱਡਲ ਐਨ ਆਪਣੇ ਟਿਕਾਏ ਹੋਏ ਆ, ਜਿਹੜੀਆਂ ਉਹਨਾਂ ਦੀਆਂ ਪ੍ਰਾਪਤੀਆਂ। ਠੀਕ ਹੈ ਜੀ। ਲੇਕਿਨ ਆਉਂਦਿਆਂ ਨੇ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਆ ਵੀ ਸਰਕਾਰ, ਅਸੀਂ ਇਹ ਦੇਖਣ ਆਏ ਸੀ ਵੀ ਇਹ ਵਾਕਈ ਅੱਤਵਾਦੀ ਆ, ਇਹਨਾਂ ਦੇ ਕੋਲ ਅਸਲਾ ਆ, ਇਹਨਾਂ ਕੋਲ ਬੰਦਿਆਂ ਕੋਲ ਨਜਾਇਜ਼ ਚੀਜ਼ਾਂ ਕਿਹੜੀਆਂ। ਅਸੀਂ ਕਹਿੰਦੇ ਕਈ ਦਿਨਾਂ ਦੀ ਇਹ ਗੱਲ ਨੂੰ ਬਾਅਦ 'ਚ ਕਰਦੇ ਸੀ, ਦੇਖਦੇ ਸੀਗੇ ਵੀ ਇਹਨਾਂ ਦੇ ਕੋਲ ਕੋਈ ਐਸੀ ਚੀਜ਼ ਆ ਜਿਹਦੇ ਕਰਕੇ ਇਹਨਾਂ ਨੂੰ ਸਰਕਾਰਾਂ ਵੀ ਕਹਿਣ ਲੱਗ ਪਈਆਂ ਅੱਤਵਾਦੀ, ਹੋਰ ਇਹਨਾਂ ਦੇ ਜਿਹੜੇ ਪ੍ਰਚਾਰਕ ਆ ਉਹ ਵੀ ਕਹਿੰਦੇ ਆ ਜੀ ਇਹ ਤਾਂ ਇਕੱਠੇ ਹੋਏ ਆ, ਇਹਨਾਂ ਨੂੰ ਤਾਕਤਾਂ ਬਾਹਰੋਂ ਆ। ਲੇਕਿਨ ਉਹ ਕਹਿੰਦੇ ਵੀ ਅਸੀਂ ਸਾਰਾ ਕੁਝ ਸਰਚ ਕਰਨ ਤੋਂ ਬਾਅਦ ਜਿਹੜੀ ਉਹਨੇ ਗੱਲਬਾਤ ਕੀਤੀ ਉਹਦੇ ਵਿੱਚ ਦੱਸਿਆ ਵੀ ਕਿਸਾਨ ਆਪਣਾ ਸੰਘਰਸ਼ ਕਰ ਰਿਹਾ, ਲੇਕਿਨ ਉਹ ਆਪਣਾ ਹੱਕ ਮੰਗਣ ਲਈ ਕਰ ਰਿਹਾ, ਨਾ ਕਿ ਉਹ ਕਿਸੇ ਦੇ ਵਿਰੋਧ 'ਚ ਕਰ ਰਿਹਾ, ਕਿਸੇ 'ਚ ਨਹੀਂ ਕਰ ਰਿਹਾ। ਸਿਰਫ ਉਹ ਕਹਿੰਦਾ ਵੀ ਸਾਨੂੰ ਆਹ ਚੀਜ਼ਾਂ ਨਹੀਂ ਚਾਹੀਦੀਆਂ, ਇਹ ਧੱਕੇ ਨਾਲ ਸਰਕਾਰ ਕਿਉਂ ਦੇ ਰਹੀ ਆ। ਬਿਲਕੁਲ ਸਹੀ ਹੈ। ਠੀਕ ਹੈ ਜੀ। ਬਾਕੀ ਉਹਨਾਂ ਨੇ ਜਿਹੜੀ ਵੱਡੀ ਗੱਲ ਕਹੀ ਵੀ ਅੱਗੇ ਤੋਂ ਮੋਦੀ ਸਰਕਾਰ ਕਦੀ ਸੱਤਾ 'ਚ ਨਹੀਂ ਆਊਗੀ, ਇਹ ਬੜੀ ਵੱਡੀ ਗੱਲ। ਦੇਖੋ ਜਿੱਥੇ ਆਰਮੀ ਦੇ ਸਾਬਕਾ ਫੌਜੀ ਆ ਜਿਹੜੇ, ਉਹਨਾਂ ਦਾ ਵੀ ਤਜਰਬਾ ਭਾਜੀ ਸਾਰੀ ਉਮਰ ਦਾ। ਬਿਲਕੁਲ ਜੀ ਬਿਲਕੁਲ। ਜਿਨ੍ਹਾਂ ਨੇ ਆਪਣੇ ਇੰਨਾ ਵਧੀਆ ਜੌਬ ਕਰਨ ਤੋਂ ਬਾਅਦ ਹੁਣ ਚਲੋ ਪੈਨਸ਼ਨ ਤੇ ਆਏ ਹੋਊਗੇ ਹਨਾ ਜਿੱਦਾਂ, ਤੇ ਲੇਕਿਨ ਉਹਨਾਂ ਨੇ ਵੀ ਸਰਕਾਰ ਦੇ ਵਿਰੁੱਧ ਬੜਾ ਵੱਡੀ ਪੜਾਸ ਕੱਢੀ ਆ, ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਆਪਣੀ ਟੀਮ ਨੇ ਜੀ। ਆਪਾਂ ਉਹ ਵੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਲੈਂਦੇ ਹਾਂ। ਠੀਕ ਹੈ। ਏਸ਼ੀਆ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਸੋ ਅੱਜ ਅਸੀਂ ਖੜੇ ਹਾਂ ਗਾਜੀਪੁਰ ਬਾਰਡਰ ਤੇ, ਜਿੱਥੇ ਕਿਸਾਨ ਮਜ਼ਦੂਰ ਏਕਤਾ ਦਾ ਅੰਦੋਲਨ ਚਰਮ ਸੀਮਾ ਤੇ ਪਹੁੰਚਿਆ ਹੋਇਆ ਹੈ। ਉੱਥੇ ਹੀ ਪੂਰਬ ਜਿਹੜੇ ਇਸ ਦੇਸ਼ ਦੇ ਜਵਾਨ ਨੇ, ਸੂਬੇਦਾਰ ਮੇਜਰ ਜੈ ਪ੍ਰਕਾਸ਼ ਮਿਸ਼ਰਾ ਜੀ, ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਾਂਗੇ। ਉਹ ਵੀ ਇਸ ਅੰਦੋਲਨ ਦਾ ਹਿੱਸਾ ਬਣੇ ਨੇ, ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ। ਆਜੋ ਜੀ ਉਹਨਾਂ ਨਾਲ ਗੱਲ ਕਰਦੇ ਹਾਂ। नमस्कार सर। नमस्कार सर। मैं समाज सेवी सूबेदार मेजर जयप्रकाश मिश्रा, संस्थापक व राष्ट्रीय अध्यक्ष वेटरन्स एसोसिएशन। 16 दिसंबर को विजय दिवस के दिन हम लोग 2000 से ज़्यादा पूर्व सैनिक सभी पोस्टों पर आए थे, यह देखने के लिए कि काफ़ी वीडियो वायरल हो रहे थे कि यहाँ खालिस्तानी का जिंदाबाद नारा लग रहा है, पाकिस्तानी जिंदाबाद नारा लग रहा है। तो इसको भी देखने आए थे। अगर सच्चाई होगी तो हम किसानों का समर्थन नहीं करेंगे, और सच्चाई नहीं होगी तो हम किसानों का समर्थन करेंगे। तो हमने ये देखा कि अभी तक
ऐसा कोई भी हमको व्यक्ति नारा लगाते हुए नहीं मिला कि खालिस्तान जिंदाबाद, पाकिस्तान जिंदाबाद, न उनके कोई पाकिस्तान के झंडे दिखाई दिए। यहाँ पर हमने यही देखा कि जहाँ पर भी है 70% झंडे जो है नेशनल झंडे लगे हुए हैं, नेशनल फ्लैग लगे हुए हैं और लोग शांतिपूर्वक अपना धरना दे रहे हैं कि किसी तरह का कोई सामाजिक देश विरोधी गतिविधियां इसमें शामिल नहीं है। तो इसके साथ हम लोग ने यहाँ पर समर्थन भी दिया इनको और पूर्ण रूप से समर्थन दिया, क्योंकि अब जो है कि एक किसान की बातों को दबाया नहीं जा सकता और किसान जो है कि इसमें सरकार से मांग कुछ भी नहीं रहे हैं। सरकार को भी ये सोचना चाहिए कि अगर किसान मांग रहे हैं तो क्या मांग रहे हैं। सिर्फ एक ही बात मांग रहे हैं, एक ही मुद्दा उनका है कि जो MSP है उसका निर्धारण किया जाए और उससे कम रेट पर लेने वाले पूंजीपति या अन्य किसी को भी सज़ा का प्रावधान हो और वो लिखित तौर पर हो, कानून बने। दूसरा, आपने जो इनको 3 काले कानून बोले हैं या सुविधा बोल रहे हैं या तोहफा बोल रहे हैं, जो भी आप अपने तरफ से, सरकार अपने तरफ से इसको सुविधा दिया है, इसको किसान काले कानून मान रहे हैं। लेकिन अगर जो आपने सुविधा दिया है, हम भी उसको सुविधा मान लेते हैं कि आपने सुविधा दिया है, लेकिन अगर जो किसान उसे लेने के लिए तैयार नहीं है तो आप उसको ज़बरदस्ती नहीं दे सकते और एक लोकतंत्र का हनन है और ये नहीं होना चाहिए। इस तरह का ये तानाशाही को दर्शाता है। इसलिए हम सरकार से यह रिक्वेस्ट करते हैं कि ये जो तीनों बिल है इसको वापस ले और इसके ऊपर MSP के ऊपर निर्धारण कर और उससे कम रेट लेने वालों के ऊपर सजा का प्रावधान कर, कानूनी उसको कानून तौर पर दर्जा दिया जाए, उसको कानून बनाया जाए। और इसी के साथ हम सरकार से ये भी रिक्वेस्ट करते हैं कि सरकार जो उनका जो रवैया है कि 35 दिन हो गया किसानों को इस ठंडी में सिकुड़ कर मरते हुए। बहुत ऐसे किसान हैं जो अपना जवान गंवा चुके और शहीद भी हो चुके और अभी भी 90-92 साल के भी बुजुर्ग इसमें डटे हुए हैं। इसलिए अपनी हट को छोड़ दे और जो है कि देश को तोड़ने वाली जो नीति है, धर्मों में बांटने वाली नीति है, उसको भी छोड़ दे, क्योंकि अब जो है इस आंदोलन से आम जनता जाग गई है और धर्म, यहाँ पर हमने देखा सभी धर्मों के लोग हैं और किसी धर्म का यहाँ प्रचार नहीं हो रहा है। एक ही है, राष्ट्र धर्म है और उसको सभी लोग अपना रहे हैं। बाकी हिंदू, मुस्लिम, सिख, ईसाई सब एक हो चुके हैं और सारे मिलकर के इस आंदोलन में लड़ रहे हैं और ये कोई किसान आंदोलन नहीं रह गया है, ये महाजन आंदोलन बन गया है और ये विश्व का एक रिकॉर्ड होगा। अगर जो जल्दी से नहीं इसको निपटाया गया तो महाविकराल रूप भी ले सकता है और इससे बड़ा कोई आंदोलन न इससे पहले कभी हुआ होगा और न इसके आगे भी कभी होगा। सूबेदार साहब, एक बात और आपसे पूछनी चाहूँगा कि जवान और किसान इस देश की रीढ़ की हड्डी होता है। जहां जवान, किसान, मजदूर, विद्यार्थी भी इस आंदोलन में शामिल हो रहे हैं, बूढ़े, बच्चे, हर वर्ग के लोग इस आंदोलन में शामिल हो रहे हैं, सड़कों पे हैं कड़कती ठंड में। तो कहीं ना कहीं ये नहीं लग रहा कि इस देश को चलाने में मोदी जी फेल हो रहे हैं? बिल्कुल जाहिर हो रहा है कि मोदी जी फेल हो रहे हैं। इसमें कोई शक और सवाल नहीं है कि 100% फेल हो रहे हैं। और इससे पहले भी जो राजनीतिक पार्टियां थी वो तो फेल हो ही चुकी थी, उसको तो जनता ने, कांग्रेस हो या कोई भी राजनीतिक पार्टियां, जनता ने नकार दिया था और इस मोदी सरकार को भी जनता नकारेगी, क्योंकि ये भी बिल्कुल फेल हो चुके। आगे किसको लाएगी ये जनता समझे, जनता का काम है। लेकिन यहाँ तक ये है कि सरकार बिल्कुल फेल है और दोबारा ये सरकार हमारे हिसाब से तो आने वाली दिखती नहीं है। सो ये सन साडे नाल सूबेदार मेजर जय प्रकाश मिश्रा जी। सो मैं ओंकार सिंह, कैमरामैन गुरजीत सिंह ਦੇ ਨਾਲ गाजीपुर ਬਾਰਡਰ ਦਿੱਲੀ। ਹੀਰ ਸਾਹਿਬ, ਇਹ ਦੇਖੋ ਕਿੰਨਾ ਵਧੀਆ ਉਹਨਾਂ ਨੇ, ਕਿਉਂਕਿ ਜਿਨ੍ਹਾਂ ਨੇ ਨੌਕਰੀ ਕੀਤੀ ਹੋਵੇ ਨਾ ਜੀ, ਹਾਂਜੀ, ਉਹਨੂੰ ਡਿਸਪਲਿਨ ਦਾ ਵੀ ਬੰਦੇ ਨੂੰ ਪਤਾ ਹੁੰਦਾ। ਬਿਲਕੁਲ ਜੀ। ਉਹ ਕਹਿੰਦੇ ਵੀ ਇੱਥੇ ਹਿੰਦੂ, ਸਿੱਖ, ਮੁਸਲਮਾਨ ਸਾਰੇ ਕਹਿੰਦੇ ਇੱਕ ਹੋ ਚੁੱਕੇ ਆ। ਹਾਂਜੀ, ਇਸ ਅੰਦੋਲਨ ਦਾ ਨਾਂ ਦੇਖੋ ਕਿਹੜਾ ਰੱਖਿਆ ਉਹਨਾਂ ਨੇ। ਬਿਲਕੁਲ ਜੀ, ਬੜੀ ਵੱਡੀ ਗੱਲ ਆ। ਮੈਂ ਕਹਿੰਦਾ ਵੀ ਇੱਥੋਂ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਵੀ ਜਿਹੜਾ ਇਹ ਵਿਸ਼ਵ ਦੇ ਲੋਕਾਂ ਦੇ ਵਿੱਚ ਐਡੀ ਵੱਡੀ ਜਿਹੜੀ ਗੱਲ ਚੱਲ ਗਈ ਆ ਤੇ ਹਰ ਧਰਮ ਦੇ ਲੋਕ ਉੱਥੇ ਇਕੱਠੇ ਹੋ ਗਏ ਆ ਆਪਣੇ ਹੱਕ ਦੇ ਲਈ, ਲੇਕਿਨ ਸਰਕਾਰ ਹਜੇ ਵੀ ਟਸ ਤੋਂ ਮਸ ਨਹੀਂ ਹੋ ਰਹੀ। ਉਹੀ ਵੀ ਆਪਣੇ ਹੰਕਾਰ ਦੇ ਵਿੱਚ ਲਾ ਲਓ ਜਾਂ ਹੁਣ ਉਹਨਾਂ ਨੇ ਕੋਈ ਸੌਦੇਬਾਜ਼ੀਆਂ ਕਰ ਲਈਆਂ ਜਿੱਦਾਂ ਲੋਕਾਂ ਦੀ ਆਮ ਰਹੇ ਆ ਵੀ ਉਹਨੂੰ ਮੁੱਖ ਰੱਖਦੇ ਆ। ਉਹ ਕਹਿੰਦੇ ਵੀ
ਹੁਣ ਅਸੀਂ ਜਿੱਦ ਦੇ ਵਿੱਚ ਹੀ ਆ ਵੀ ਆਪਾਂ ਜੋ ਮਰਜ਼ੀ ਹੋ ਜਾਏ ਵੀ ਨਹੀਂ ਕਰਨਾ। ਇੱਕ ਜਿਹੜੇ ਕੰਟਰੈਕਟ ਹੋ ਗਏ ਜੀ ਹੁਣ ਆਪਸ ਵਿੱਚ ਹੀ ਉਹ ਹੁਣ ਹਾਂ। ਤੋੜਨੇ ਔਖੇ ਹੋ ਪਰ ਔਖਾ ਆ ਭਾਜੀ, ਨਹੀਂ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ। ਬਿਲਕੁਲ ਜੀ। ਅਗਲੀ ਗੱਲ ਤਾਂ ਸਾਹਿਬ ਆਪ ਲੀਡਰ ਜਿਹੜੇ ਰਾਘਵ ਚੱਡਾ ਹੈ ਉਹਨਾਂ ਨੇ ਦਿੱਲੀ ਸਰਕਾਰ ਨਾਲ ਹੁਣ ਉਹਨਾਂ ਨੇ ਸਹੂਲਤਾਂ ਦਾ ਕੁਝ ਐਲਾਨ ਕੀਤਾ ਜੀ ਉੱਥੇ ਜਿਹੜੇ ਆਪਣੇ ਕਿਸਾਨ ਧਰਨੇ ਦੇ ਵਿੱਚ। ਹਾਂਜੀ ਭਾਜੀ, ਜਿੱਥੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਸੀਗੇ ਬਈ ਜਿਹੜੀ ਉੱਥੇ ਲਿਆ ਕੇ ਜ਼ੈਮਰ ਵਗੈਰਾ ਲਾਤੇ ਸੀਗੇ, ਹਾਂਜੀ ਹਾਂਜੀ ਉਹਨਾਂ ਦੀ ਆਵਾਜ਼ ਦੇ ਨਾਲ ਵੀ ਲੋਕੀ ਡਿਸਟਰਬ ਹੋਣ ਹਾਂਜੀ ਜਾਂ ਕੋਈ ਵਾਈਫਾਈ ਜਾਂ ਹੋਰ ਫੋਨਾਂ ਦਾ ਨੈਟਵਰਕ ਦੀ ਕੋਈ ਪ੍ਰੋਬਲਮ ਆਵੇ, ਹੈ ਨਾ ਹਾਂਜੀ ਜੀ। ਹਾਂਜੀ ਲੇਕਿਨ ਉਹ ਕਿਉਂਕਿ ਜਦੋਂ ਦੀ ਇਹਨਾਂ ਨੇ ਉਹ ਆਰਮੀ ਲਾਈ ਆ, ਫੌਜ ਆਲੇ ਦੁਆਲੇ ਲਾਈ ਆ, ਜੈਸੀ ਆਰਪੀ ਲਾਈ ਆ, ਹਾਂਜੀ, ਹਾਂਜੀ। ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਸਹੂਲਤਾਂ ਲਈ ਵੀ ਕੁਛ ਨਾ ਕੁਛ ਇਹੋ ਜਿਹਾ ਕੀਤਾ ਵੀ ਜਿਹੜਾ ਲੋਕਾਂ ਨੂੰ ਡਿਸਟਰਬ ਕੀਤਾ ਜਾਵੇ। ਠੀਕ ਹੈ। ਅੱਜ ਦਿੱਲੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਜਿਹੜੇ ਆ ਅਰਵਿੰਦ ਕੇਜਰੀਵਾਲ ਹੁਣੀ, ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ, ਉਹਨਾਂ ਨੇ ਕਿਹਾ ਵੀ ਇਹ ਐਲਾਨ ਜਿਹੜਾ ਆ ਇਹਨਾਂ ਦੇ ਬੁਲਾਰੇ ਆ ਜਿਹੜੇ ਰਾਘਵ ਚੱਡਾ ਜੀ ਉਹਨਾਂ ਨੇ ਕੀਤਾ ਦਿੱਲੀ ਸਰਕਾਰ ਵੱਲੋਂ। ਠੀਕ ਹੈ ਵੀ ਸਾਡੀ ਸਰਕਾਰ ਵੱਲੋਂ ਅਰਵਿੰਦ ਕੇਜਰੀਵਾਲ ਹੁਣੀ ਕਹਿੰਦੇ ਵੀ ਜਿੱਥੇ ਹਰ ਇੱਕ ਬੰਦੇ ਨੂੰ ਰੋਟੀ, ਕੱਪੜਾ ਔਰ ਮਕਾਨ ਚਾਹੀਦਾ, ਹਾਂਜੀ ਹਾਂਜੀ ਉੱਥੇ ਇੱਕ ਇੰਟਰਨੈਟ ਦੀ ਸੁਵਿਧਾ ਵੀ ਬਹੁਤ ਜ਼ਰੂਰੀ ਆ। ਹਾਂਜੀ ਕਿਉਂਕਿ ਇੰਟਰਨੈਟ ਸੁਵਿਧਾ ਇਸ ਕਰਕੇ ਉਹਨਾਂ ਨੇ ਕਿਹਾ ਵੀ ਉੱਥੇ ਲੋਕਾਂ ਦੇ ਵਾਸਤੇ, ਕਿਉਂਕਿ ਹਰ ਬੰਦਾ ਕਈ ਵਾਰੀ ਅਫੋਰਡ ਨਹੀਂ ਕਰ ਸਕਦਾ, ਹਾਂਜੀ ਰਾਤ ਨੂੰ ਸੌਣ ਤੋਂ ਪਹਿਲਾਂ ਹਰ ਬੰਦਾ ਚਾਹੁੰਦਾ ਮੈਂ ਆਪਣੇ ਪਰਿਵਾਰ ਨਾਲ ਗੱਲ ਵੀ ਕਰਾਂ, ਬਿਲਕੁਲ ਜੀ। ਫਿਰ ਕੰਨ ਨੂੰ ਫੋਨ ਲਾ ਕੇ ਉਹ ਗੱਲ ਨਹੀਂ ਬਣਦੀ ਜਿਹੜੀ ਵੀਡੀਓ ਕਾਲ ਅੱਜ ਕੱਲ ਬਣਦੀ ਹੈ। ਹਾਂਜੀ, ਹਾਂਜੀ। ਹਰ ਬੰਦਾ ਇਹੀ ਸੋਚਦਾ ਵੀ ਆਪਣੇ ਬੱਚਿਆਂ ਨਾਲ ਗੱਲ ਕਰਾਂ, ਬਜ਼ੁਰਗ ਵਾ ਘਰ ਉਹਨਾਂ ਨਾਲ ਦੇਖਾਂ ਵੀ ਰਾਜੀ ਖੁਸ਼ੀ ਆ ਸਾਰਾ ਨਾ। ਬਿਲਕੁਲ। ਇਸ ਮੁੱਖ ਸਹੂਲਤ ਨੂੰ ਰੱਖਦਿਆਂ ਉਹਨਾਂ ਨੇ ਕਿਹਾ ਵੀ ਜਿੱਥੇ ਕਿਸਾਨ ਅੰਦੋਲਨ ਚੱਲ ਰਿਹਾ, ਹਾਂਜੀ ਉਹਨਾਂ ਸਾਰੀਆਂ ਜਗ੍ਹਾ ਦੇ ਉੱਤੇ ਜਿੱਥੇ ਜਿੱਥੇ ਉਹ ਕਹਿਣਗੇ ਵੀ ਸਾਨੂੰ ਇੱਥੇ ਵਾਈਫਾਈ ਸੁਵਿਧਾ ਚਾਹੀਦੀ ਆ, ਹਾਂਜੀ। ਜਿੱਦਾਂ ਜਿੱਦਾਂ ਉਹ ਪਲੇਟਫਾਰਮ ਬਣਾਉਣਗੇ ਉੱਥੇ ਉਹਨਾਂ ਨੂੰ ਫ੍ਰੀ ਜਿਹੜਾ ਆ ਇੰਟਰਨੈਟ ਦੀ ਸੁਵਿਧਾ ਜਿਹੜੀ ਵਾਈਫਾਈ ਦੀ ਸਰਕਾਰ ਉਪਲਬਧ ਕਰਾਊਗੀ। ਵਾਓ। ਜਿੱਥੇ ਕੇਂਦਰ ਸਰਕਾਰ ਬੰਦ ਕਰਾ ਰਹੀ ਆ ਸਾਰਾ ਕੁਝ, ਉੱਥੇ ਉਹ ਸੁਵਿਧਾ ਦੇ ਵਿੱਚ ਕਹਿ ਰਹੇ ਵੀ ਅਸੀਂ ਫ੍ਰੀ ਦਵਾਂਗੇ। ਤਾਂ ਬਹੁਤ ਵੱਡੀ ਗੱਲ ਆ ਭਾਜੀ। ਬਿਲਕੁਲ ਜੀ, ਬਹੁਤ ਵੱਡਾ ਐਲਾਨ ਹੈ। ਹਾਂ, ਇਹ ਬੜਾ ਵੱਡਾ ਆ। ਇਹ ਆਉਣ ਵਾਲੀਆਂ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਲੋਕਾਂ ਨੇ ਸਿੱਟੇ ਲਾਉਣੇ ਆ ਵੀ ਇਹ ਸਰਕਾਰ ਬਣਾਉਣੀ ਚਾਹੁੰਦੇ, ਦੁਬਾਰਾ ਪੰਜਾਬ 'ਚ ਨੂੰ ਮਾਹੌਲ ਵਧੀਆ ਬਣਾਉਣਗੇ ਹਾਂਜੀ ਹਾਂਜੀ ਜਾਂ ਵਿਦੇਸ਼ਾਂ 'ਚ, ਕਿਉਂਕਿ ਵਿਦੇਸ਼ਾਂ ਦੇ ਵਿੱਚ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਪਿਛਲੇ ਸਮੇਂ 'ਚ ਕਾਫੀ ਸਪੋਰਟ ਹੋਈ ਆ। ਹਾਂਜੀ ਹਾਂਜੀ ਬਿਲਕੁਲ ਜੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਇਹਦੇ ਬਾਰੇ ਹਜੇ ਅਸੀਂ ਕੁਝ ਨਹੀਂ ਕਹਿ ਸਕਦੇ। ਤੇ ਜਿਹੜਾ ਉਹਨਾਂ ਨੇ ਐਲਾਨ ਕੀਤਾ ਜੀ वो आप अपने दर्शकों ਨਾਲ जरूर साझा कर लेते हैं। ठीक है जी। हाँ जी। जैसा कि हम सब जानते हैं कि एक इंसान को सम्मानजनक जीवन जीने के लिए 3 चीज़ें चाहिए होती हैं: रोटी, कपड़ा, मकान, वाईफाई पहुंचाने की सेवा। मैं आपको ये बताना चाहूँगा कि अपने परिवार से मीलों दूर अपने मकान को, अपने खेत खलियान को छोड़कर आज सिंगू बॉर्डर पे बैठे देश के किसान को बस एक ही चीज़ सूरज ढलने के बाद चाहिए होती है कि वो अपने घर परिवार से एक वीडियो कॉल कर ले, या अपनी पत्नी से, अपनी बूढ़ी माँ से या अपने बच्चों से एक बार फ़ोन पे बात कर ले। और इंटरनेट की कनेक्टिविटी ना होने की वजह से, सिग्नल स्ट्रेंथ की कमी होने की वजह से हमारे आंदोलित किसान भाई बहन अपने परिवार वालों से बात नहीं कर पा रहे थे। अरविंद केजरीवाल जी ने यह फैसला लिया कि वो अब सिंगू बॉर्डर पे वाईफाई हॉटस्पॉट्स लगवाएंगे। जैसे जैसे किसानों की मांग आएगी, जहां जहां से मांग आएगी, वहां वहां ये हॉटस्पॉट्स लगाए जाएंगे, ताकि हमारे आंदोलनकारी भाई बहन, हमारे किसान कम से कम एक बार तो दिन में अपनी बूढ़ी माँ का चेहरा देख सकें, अपने बच्चों को शाम के समय लोरी सुनाकर वीडियो कॉल के माध्यम से सुला सकें, अपनी पत्नी से, अपने रिश्तेदारों से बात कर सकें। मैं आपको ये कहना चाहूँगा कि चाहे देश का जवान हो या हमारे देश का किसान हो, उसकी सबसे बड़ी शक्ति, उसकी सबसे बड़ी ताकत होती है उसका परिवार। वो अपने परिवार से सारी अपनी स्ट्रेंथ, अपनी करेज, अपनी डिटर्मिनेशन ड्रॉ करता है, वहाँ से ये ऊर्जा पाता है। यदि वो आज अपने परिवार से बात करने में परेशानी हो रही है इंटरनेट कनेक्टिविटी के चलते, तो ये हमारा फर्ज बनता है कि हम वहाँ इंटरनेट कनेक्टिविटी पहुँचाएं। जितना कष्ट, जितनी पीड़ा, जितनी असुविधा देश के किसान को आज झेलनी पड़ रही है इन 3 काले कानूनों के चलते और इस आंदोलन के चलते, उसे हम थोड़ा सा भी कम कर सकें तो हम अपने आप को सफल मानेंगे। मैं आपको ये कहना चाहता हूं कि केवल अपने परिवार वालों से बात ही नहीं, इंटरनेट कनेक्टिविटी के माध्यम से
फ्री वाईफाई हॉटस्पॉट्स जो अरविंद केजरीवाल जी लगवाने जा रहे हैं, उसके माध्यम से अच्छी कनेक्टिविटी होने के चलते देश का किसान भारतीय जनता पार्टी और मोदी सरकार द्वारा फैलाए जा रहे झूठ, पाखंड और प्रोपेगेंडा को भी देख पाएगा और उसे मुंह तोड़ जवाब दे पाएगा। आज देश का किसान केवल हल चलाना नहीं, सोशल मीडिया चलाना भी जानता है। आज देश का किसान केवल खेत खलियान में हल जोतना नहीं, उसके साथ साथ सोशल मीडिया पे भाजपा का पर्दाफाश करना भी जानता है, और वो भी इंटरनेट कनेक्टिविटी के माध्यम से होगा। इसी के साथ साथ आपको यह भी सूचना मैं दे दूं कि जो वाईफाई हॉटस्पॉट्स वहां लगाए जा रहे हैं वो उनका रेडियस 100 मीटर का होगा, यानी कि 360 डिग्री का जो रेडियस होता है वो 100 मीटर का होगा। और यदि उसका एरिया देखें तो लगभग 31,000 स्क्वायर फुट का एक वाईफाई हॉटस्पॉट्स का कनेक्टिविटी का एरिया होगा, पेरिफेरी होगी। उस पेरिफेरी में, उस 31,000 स्क्वायर फीट में एक वाईफाई हॉटस्पॉट्स अच्छे से इंटरनेट कनेक्टिविटी दे पाएगा। मैं इस प्रेस वार्ता के माध्यम से देश के किसान से अपील भी करना चाहूंगा कि जहां जहां भी इंटरनेट कनेक्टिविटी की आपको कमी महसूस हो रही है, लो कनेक्टिविटी लग रही है, और जहां जहां पे आप चाहते हैं कि अरविंद केजरीवाल जी फ्री वाईफाई हॉटस्पॉट्स लगा दें ताकि आप लोगों को अच्छा हाई स्पीड इंटरनेट मिल सके, आप हमें सूचित करें। हम अपनी तरफ से तो प्रयास करेंगे ही, लेकिन यदि आपको कोई स्पेसिफिक स्पॉट्स मालूम है सिंगू बॉर्डर पे तो आप हमें बताएं, हम वहां पर भी वाईफाई की सर्विस देने की पूरी कोशिश करेंगे। हमारे देश का किसान हमारा अन्नदाता है, हमारे देश का किसान हमारा देवता है। देवता की जितनी भी सेवा करी जाए वो कम है, और आज हम पूरी आम आदमी पार्टी देश के किसान की इस आंदोलन को थोड़ा कम पीड़ादायक बनाने में जो भी काम कर सके, जो भी अपना कंट्रीब्यूशन दे सके, हम अपने आप को सफल मानेंगे। और अरविंद केजरीवाल जी ने आज ये महत्वपूर्ण फैसला लिया है कि हम सिंगू बॉर्डर पे फ्री वाईफाई हॉटस्पॉट लगाकर देश के किसान को इंटरनेट कनेक्टिविटी देंगे। इस संदर्भ में अब ਇਹ ਸਨ ਰਾਘਵ ਚੱਡਾ ਜੀ ਜਿਨ੍ਹਾਂ ਤੋਂ ਤੁਸੀਂ ਸੁਣਿਆ, ਹਾਂਜੀ, ਤੇ ਬੜੀ ਵੱਡੀ ਗੱਲ ਆ। ਮੈਂ ਕਹਿੰਦਾ ਵੀ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਦੀ ਜਿਹੜੀ ਸਪੋਰਟ ਆ ਹਾਂਜੀ, ਬਹੁਤ ਅੱਛੀ ਗੱਲ ਆ। ਵੀ ਮੈਂ ਕਹਿੰਦਾ ਵੀ ਸਾਰੀਆਂ ਹੀ ਸਰਕਾਰਾਂ ਨੂੰ ਇਦਾਂ ਚਾਹੀਦਾ, ਮੋਦੀ ਸਰਕਾਰ ਨੂੰ ਵੀ ਇਦਾਂ ਹੀ ਚਾਹੀਦਾ ਵੀ ਅੱਜ ਉਹਨਾਂ ਦਾ ਕੰਮ ਜਿਹੜਾ ਆ ਇਹ ਫਤਿਹ ਕਰਕੇ ਕਹਿਣ ਵੀ ਜਾਓ ਘਰਾਂ ਨੂੰ ਤੇ ਵਾਪਸ ਲੈ ਲੈਣ ਬੇਗਾ। ਬਿਲਕੁਲ ਜੀ, ਤੇ ਇਹਦੇ ਵਿੱਚ ਹੀ ਵਧੀਆ ਹੋਊਗਾ ਮੇਰੇ ਖਿਆਲ ਨਾਲ। ਬਿਲਕੁਲ ਜੀ, ਬਿਲਕੁਲ। ਹਾਲੇ ਕਿਉਂਕਿ ਜੇ ਅੱਜ ਵੀ ਉਹ ਕਹਿ ਦਿੰਦੇ ਨਾ ਵੀ ਤੁਸੀਂ ਵੀ ਅਸੀਂ ਸਾਰੇ ਵਾਪਸ ਲੈਨੇ ਕਾਨੂੰਨ ਤੇ ਤੁਸੀਂ ਜਾਓ ਘਰਾਂ ਨੂੰ, ਤਾਂ ਫਿਰ ਵੀ ਦਿੱਲੀ ਚੋਂ ਸਾਰਾ ਸਮਾਨ ਸਮੇਟਣ ਨੂੰ 10-15 ਦਿਨ ਲੱਗ ਜਾਣੇ ਆਰਾਮ ਨਾਲ। ਤੁਹਾਡਾ ਕਹਿਣ ਦਾ ਮਤਲਬ ਨਵਾਂ ਸਾਲ ਉਹ ਇੱਥੇ ਮਨਾਉਣਗੇ? ਕੌਣ? ਕਿਸਾਨ? ਨਹੀਂ ਕਿਸਾਨ ਚਲੋ ਜੇ ਵਾਪਸ ਵੀ ਆਉਂਦੇ, ਪਰ ਜਿਹੜਾ ਇੰਤਜ਼ਾਮ ਸਾਰਿਆਂ ਜਥੇਬੰਦੀਆਂ ਨੇ ਕੀਤਾ ਜਾਂ ਜੋ ਵੀ ਸਮਾਨ ਉੱਥੇ ਲਿਆਂਦਾ ਜੀ, ਉਹਨੂੰ ਚੱਕਣ ਨੂੰ ਹਾਲੇ 10-12-15 ਦਿਨ ਹੋਰ ਲੱਗ ਵੀ ਜਾਣੇ। ਜਦੋਂ ਜੇ ਅੱਜ ਉਹ ਵਾਪਸ ਲੈ ਲੈਂਦੇ ਕਾਨੂੰਨ, ਆਪਣੇ ਕਾਲੇ ਕਾਨੂੰਨ ਵਾਪਸ ਲੈਂਦੇ ਆ ਤਾਂ ਹਾਂਜੀ ਮਤਲਬ ਇੰਨਾ ਸਮਾਨ ਉੱਥੇ ਪਹੁੰਚਾ ਚੁੱਕੇ ਆ ਉਹ। ਬਿਲਕੁਲ ਜੀ, ਬਿਲਕੁਲ। ਤੇ ਤਮਜ਼ਾ ਹੁਣ ਸਮਾਂ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ। ਆਪਾਂ ਜਿਹੜੇ ਅੱਜ ਦੇ ਹੈਗੇ ਆ ਅਲਬਰਟਾ 'ਚ ਕਰੋਨਾ ਦੇ ਕੇਸ ਜਿਹੜੇ ਆ ਉਹ ਵੀ ਹੀਰ ਸਾਹਿਬ ਜਿਹੜੇ ਅੱਜ ਨਵੇਂ ਕੇਸ ਸਾਹਮਣੇ ਆਇਆ ਜੀ 872 ਆਏ ਨੇ, ਤੇ ਹੁਣ ਤੱਕ ਟੋਟਲ ਜਿਹੜੇ ਆ 99,100 ਤੇ 41 ਹੋ ਚੁੱਕੇ ਆ ਜੀ, ਲੱਖ ਦੇ ਕਰੀਬ ਪਹੁੰਚ ਚੱਲਿਆ ਕੰਮ। ਠੀਕ ਹੈ ਜੀ। ਤੇ ਜੇ ਹੁਣ ਤੰਦਰੁਸਤ ਕੇਸਾਂ ਦੀ ਗੱਲ ਕਰੀਏ ਤੇ 83,328 ਹੋਏ ਨੇ। ਠੀਕ ਹੈ। ਤੇ ਅੱਜ ਤੱਕ ਜਿਹੜੀਆਂ ਮੌਤਾਂ ਦੀ ਗਿਣਤੀ ਆ ਅਲਬਰਟਾ ਦੇ ਵਿੱਚ ਤੇ 1028 ਹੋ ਚੁੱਕੀ ਹੈ, ਜਾਣੀ ਕਿ ਪਿਛਲੇ 24 ਘੰਟਿਆਂ ਦੌਰਾਨ 26 ਮੌਤਾਂ ਹੋਈਆਂ ਜੀ। ਕੱਲ 1002 ਉਹਨਾਂ ਨੇ ਦੱਸਿਆ ਸੀਗਾ। ਤੇ ਇਹਦੇ ਨਾਲ ਜੇ ਐਕਟਿਵ ਕੇਸਾਂ ਦੀ ਹੁਣ ਗੱਲ ਕਰਦੇ ਆ ਜੀ ਤੇ 14,785 ਨੇ, ਤੇ ਹਸਪੀਟਲ ਵਿੱਚ ਦਾਖਲ ਜਿਹੜੇ 890 ਨੇ ਜੀ। ਤੇ ਜੇ ਹੁਣ ICU ਦੇ ਕੇਸਾਂ ਦੀ ਗੱਲ ਕਰੀਏ ਤੇ 153 ਨੇ, ਤੇ ਕਾਫੀ ਇਹ ਵੀ ਵੱਧ ਗਿਆ ਜੀ ਜੀ। ਇਸ ਕਰਕੇ ਹੁਣ ਗਾਂਗਾ ਚਲੋ ਕੰਟਰੋਲ ਤਾਂ ਹੋ ਰਿਹਾ ਲੋਕਡਾਊਨ ਕਰਕੇ, ਪਰ ਮੈਨੂੰ ਲੱਗਦਾ ਵੀ ਥੋੜੇ ਬਹੁਤੇ ਕੇਸਾਂ ਜਿਹੜੇ ਆ ਉਹ ਗਿਣਤੀ ਜਿੱਦਾਂ ਘਟ ਰਹੀ ਆ, ਤੇ ICU ਵੱਲ ਨੂੰ ਜਾਂ ਹਸਪੀਟਲ ਵੱਲ ਨੂੰ ਥੋੜਾ ਵੱਧ ਰਿਹਾ ਕੰਮ। ਹਾਂਜੀ, ਠੀਕ ਹੈ ਨਾ ਜੀ। ਤੇ ਪ੍ਰਮਾਤਮਾ ਕਰੇ ਤੰਦਰੁਸਤ ਹੋਣ, ਆਪਣੇ ਘਰੇ ਜਾਣ, ਤੇ ਸਰਕਾਰ ਵੀ ਆਪਣੇ ਆਪ ਨੂੰ ਕਹੇ ਵੀ ਅਸੀਂ ਸੌਖੇ ਆ, ਕਿਉਂਕਿ ਸਰਕਾਰ ਨੂੰ ਵੀ ਉਹਨਾਂ ਚਿਰ ਚਿੰਤਾ ਰਹਿਣੀ ਆ। ਬਿਲਕੁਲ, ਜਿੰਨਾ ਚਿਰ ਮਰੀਜ਼ ਵਧੀ ਜਾਂਦੇ ਆ ਜਾਂ ਕਿੱਦਾਂ ਹੋਈ ਜਾਂਦਾ ਨਾ ਜੀ। ਗਾਂ
ਹਸਪੀਟਲਾਂ ਦੇ ਵਿੱਚ ਫਿਰ ਜਗ੍ਹਾ ਵੀ ਉਨੀ ਕੀ ਆ, ਸਰਕਾਰ ਕੋਲ ਹਸਪੀਟਲ ਵੀ ਉਨੇ ਕੀ ਆ, ਹਾਂਜੀ ਕਿਉਂਕਿ ਇਹਨਾਂ ਬਿਸਤਰਿਆਂ ਦਾ ਪ੍ਰਬੰਧ ਵੀ ਨਹੀਂ ਕੀਤਾ ਜਾ ਸਕਦਾ ਮੰਜਿਆਂ ਦਾ, ਹਨਾ ਜੀ। ਬਿਲਕੁਲ ਜੀ। ਨਾਲੇ ਜਿਹੜੇ ਸਪੈਸ਼ਲ ਮਸ਼ੀਨਰੀ ਆ ਹਾਂ। ਆਈਸੀਯੂ ਦੇ ਵਿੱਚ ਜਿਹੜਾ ਸਪੈਸ਼ਲ ਟ੍ਰੀਟਮੈਂਟ ਆ, ਉਹ ਮਸ਼ੀਨਾਂ ਸਾਰਾ ਕੁਝ ਮੁਹੱਈਆ ਕਰਾਉਣਾ ਜੱਕਦਮ ਔਖਾ ਹੋ ਜਾਂਦਾ ਜੀ। ਬਿਲਕੁਲ ਜੀ ਬਿਲਕੁਲ। ਤੇ ਪਰ ਮੈਂ ਦੇਖਿਆ ਵੀ ਅੱਗੇ ਪਿੱਛੇ ਜਿਹਾ ਰੌਲਾ ਪੈਂਦਾ ਸੀ ਉਦੋਂ, ਜਦੋਂ ਐਨਡੀਪੀ ਸਰਕਾਰ ਸੀਗੀ, ਹਾਂਜੀ। ਚਾਹੁੰਦੇ ਸੀ ਵੀ ਇੱਕ ਹਸਪੀਟਲ ਹੋਰ ਨਵਾਂ ਬਣੂਗਾ ਇੱਧਰ ਡੀਅਰਪੋਰਟ ਦੇ ਲਾਗੇ ਸਟੋਨੀ ਵਾਲਾ ਕੋਈ ਜਗ੍ਹਾ ਲੱਭਦੇ ਫਿਰਦੇ ਸੀ, ਹਾਂਜੀ ਪਰ ਜੇ ਉਹ ਬਣ ਜਾਂਦਾ ਤਾਂ ਥੋੜਾ ਜਿਹਾ ਹੋਰ ਸੌਖਾ ਹੋ ਜਾਂਦਾ ਕੰਮ, ਹਾਂਜੀ। ਪਰ ਉਹ ਵਿੱਚੇ ਫੇਰ ਰਹਿ ਗਿਆ। ਪਰ ਧਾਮੀ ਸਾਹਿਬ ਇਦਾਂ ਨਾ, ਹੁਣ ਇਹ ਪਤਾ ਨਹੀਂ ਸੀ ਵੀ ਕਦੋਂ ਕਿੱਥੇ, ਉਹੀ ਗੱਲ ਆ ਜਾਂਦੀ ਜੀ, ਕੁਦਰਤ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਕੀ ਹੋ ਜਾਣਾ। ਪਰ ਉਦਾਂ ਵੀ ਉਹ ਜਦੋਂ ਜੀਸੀਪੀ ਪਹਿਲਾਂ ਸਰਕਾਰ ਸੀਗੀ ਨਾ ਜੀ, ਹਾਂਜੀ ਕੰਜ਼ਰਵੇਟਿਵ ਦੀ, ਤੇ ਉਦੋਂ ਵੀ ਮਨਮੀਤ ਭੁੱਲਰ ਵੇਲੇ ਵੀ ਇਹ ਇੱਕ ਵਾਰੀ ਮੁੱਦਾ ਉੱਠਿਆ ਸੀਗਾ ਵੀ ਇੱਕ ਹਸਪੀਟਲ ਜ਼ਰੂਰ ਹੋਰ ਚਾਹੀਦਾ ਕੈਲਗਰੀ 'ਚ, ਹਾਂਜੀ। ਲੇਕਿਨ ਉਹ ਨਹੀਂ ਸਿਰੇ ਚੜ੍ਹ ਸਕਿਆ, ਕਿਉਂਕਿ ਪਤਾ ਨਹੀਂ ਸਰਕਾਰ ਦੀ ਕੋਈ ਨਾਕਾਮੀ ਸੀ ਜਾਂ ਕਿਵੇਂ ਸੀ, ਕਿਉਂਕਿ ਕਮਿਊਨਿਟੀ ਦੇ ਵਿੱਚ ਉਦੋਂ ਵੀ ਇੱਕ ਵਾਰੀ ਇਹ ਗੱਲ ਚੱਲੀ ਸੀ ਵੀ ਜਿਹੜੇ ਹਸਪੀਟਲ ਆ ਇਹ ਸ਼ਹਿਰ ਦੇ ਵਿੱਚ ਆ ਦੋਨੇ ਹੀ, ਹਾਂਜੀ ਹਾਂਜੀ ਜਿਹੜੇ ਮੇਨ ਹੋਇਆ ਇਸ ਲਈ ਹੈ ਨਾ, ਬਿਲਕੁਲ ਸਹੀ ਹੈ। ਵੀ ਇੱਕ ਹਸਪੀਟਲ ਇਹੋ ਜਿਹਾ ਚਾਹੀਦਾ ਜਿਹੜਾ ਕਿ ਥੋੜਾ ਜਿਹਾ ਸਿਟੀ ਤੋਂ ਬਾਹਰਲੀ ਸਾਈਡ ਤੇ ਹੋਵੇ, ਜਿੱਥੇ ਕਿ ਐਮਰਜੈਂਸੀ ਲੈ ਕੇ ਜਾਣਾ ਥੋੜਾ ਸੌਖਾ ਲੱਗੇ। ਥੋੜਾ ਸੌਖਾ ਹੋ ਜਾਏ, ਜਿੱਦਾਂ ਸਾਊਥ ਹੈਲਥ ਕੈਂਪਸ ਹੈ ਹੁਣ ਬਾਹਰੋਂ ਬਾਹਰ ਹੈ ਜੀ, ਜੀ ਜੀ ਤੇ ਇਦਾਂ ਨਾਰਥ 'ਚ ਵੀ ਹੋਵੇ ਇੱਕ। ਫਿਰ ਉਦੋਂ ਤਾਂ ਹੀ ਪਲਾਨ ਬਣ ਰਿਹਾ ਸੀ ਵੀ ਹੋ ਸਕਦਾ ਸੀਗਾ ਵੀ ਇੱਧਰ ਸਟੋਨੀ ਵਾਲੇ ਏਰੀਏ ਤੇ ਜਾਂ ਕਿਤੇ ਡੀਅਰਪੋਰਟ ਦੇ ਲਾਗੇ ਕੋਈ ਜਗ੍ਹਾ ਨੂੰ ਮੁਕਰ ਕੀਤਾ ਜਾਵੇ ਤਾਂ ਜਿੱਥੇ ਕਿ ਇਹ ਚੀਜ਼ਾਂ ਜਿਹੜਾ ਹਸਪੀਟਲ ਬਣ ਸਕੇ। ਬਿਲਕੁਲ ਜੀ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਵੀ ਉਹ ਪਲਾਨ ਬਣਿਆ ਹੀ ਹੋਵੇ, ਬਣ ਵੀ ਸਕਦਾ ਹੈ। ਬਿਲਕੁਲ ਜੀ ਬਿਲਕੁਲ ਜੀ। ਪਰ ਉਹ ਇੱਥੇ ਤੱਕ ਆਪਾਂ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਰੋਨਾ ਦੀ। ਫਿਲਹਾਲ ਆਪਾਂ ਇਹ ਨੌਬਤ ਜਿਹੜੀ ਹੁਣ ਜਿਹੜੇ ਕੇਸ ਘਟ ਰਹੇ ਆ, ਇਹਨਾਂ ਨੂੰ ਆਪਾਂ ਇਦਾਂ ਹੀ ਇਹ ਜਿਹੜੀ ਜਿੰਨੀ ਸਪੀਡ ਨਾਲ ਘਟੇ ਆ ਹੋਰ ਘਟਾਈਏ ਜੀ, ਤੇ ਆਪਣੇ ਪਰਿਵਾਰਾਂ ਦੇ ਸਾਰੇ ਸੁਖ ਸ਼ਾਂਤੀ ਤੇ ਤੰਦਰੁਸਤੀ ਨਾਲ ਰਹਿਣ। ਬਿਲਕੁਲ ਸਾਡੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਜੀ। ਜਾ ਤੇ ਬਿਲਕੁਲ ਧਾਮੀ ਸਾਹਿਬ ਆਪਾਂ ਹੁਣ ਇਜਾਜ਼ਤ ਲਈਏ। ਬਿਲਕੁਲ ਜੀ। ਬਿਜ਼ਨਸਮੈਨਾਂ ਦਾ ਧੰਨਵਾਦ ਆ, ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪਾਂ ਕਰਦੇ ਆ, ਹਾਂਜੀ ਤੇ ਕੁਝ ਬਿਜ਼ਨਸਮੈਨ ਹੋਰ ਭੈਣ ਭਰਾ ਸਾਡੇ ਨਾਲ ਜੁੜ ਰਹੇ ਨੇ, ਅਸੀਂ ਉਹਨਾਂ ਦਾ ਵੀ ਪਹਿਲਾਂ ਵੀ ਧੰਨਵਾਦ ਕੀਤਾ ਸੀ ਤੇ ਹੁਣ ਫੇਰ ਕਰ ਰਹੇ ਆ, ਠੀਕ ਹੈ। ਉਹਨਾਂ ਦੇ ਜੁੜਨ ਤੋਂ ਪਹਿਲਾਂ ਹੀ। ਹਾਂਜੀ ਤੇ ਉਮੀਦ ਕਰਦੇ ਆ ਵੀ ਤੁਸੀਂ ਇੱਥੇ ਸਾਨੂੰ ਸਹਿਯੋਗ ਦਿੰਦੇ ਰਹੋਗੇ। ਬਿਲਕੁਲ। ਕੋਈ ਵੀ ਤੁਹਾਡਾ ਕੋਈ ਸੁਝਾਅ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਆ ਹਾਂਜੀ ਤੇ ਤੁਸੀਂ ਮੈਨੂੰ ਵੀ ਮੈਸੇਜ ਕਰਕੇ ਦੱਸ ਸਕਦੇ ਆ। ਮੇਰਾ ਨੰਬਰ ਤਕਰੀਬਨ ਤੁਹਾਡੇ ਕੋਲ ਸਾਰਿਆਂ ਕੋਲ ਆ, ਹਾਂਜੀ। ਜਾਂ ਫਿਰ ਜਿਹੜਾ ਸਾਡਾ ਸਟੂਡੀਓ ਦਾ ਨੰਬਰ ਆ ਤੁਸੀਂ ਉਹਦੇ ਤੇ ਟੈਕਸਟ ਮੈਸੇਜ ਕਰ ਸਕਦੇ ਆ। ਹਾਂਜੀ। ਅਕਸਰ ਤੁਸੀਂ ਸਾਡੇ ਪੇਜ ਤੇ ਜਾ ਕੇ ਏਸ਼ੀਆ ਟੀਵੀ HD ਤੇ ਉੱਥੇ ਵੀ ਦੇਖ ਸਕਦੇ ਆ, ਜਿਹੜੀ ਸਾਡੀ ਵੈਬਸਾਈਟ ਆ asiatv.ca, ਤੁਸੀਂ ਉੱਥੇ ਜਾ ਕੇ ਵੀ ਹੋਰ ਇਨਫੋਰਮੇਸ਼ਨ ਲੈ ਸਕਦੇ ਆ ਜੀ। ਠੀਕ ਆ ਜੀ। ਬਿਲਕੁਲ। ਕੱਲ ਤੱਕ ਤੁਹਾਡਾ ਸਾਡਾ ਰੱਬ ਰਾਖਾ। ਖੁਸ਼ ਰਿਹਾ ਕਰੋ, ਹੋਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਲੱਗੀ ਆ ਗਿਆ ਜੀ। ਬਿਲਕੁਲ। ਹਾਂਜੀ, ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ।